ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ। ਖੇਤ ਜੋ ਮੰਡਿਓ ਸੂਰਮਾ, ਅਬ ਜੂਜਨ ਕੋ ਦਾਓ। ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ। ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਭਿਆਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕਉ ਸ਼ੋਕ। ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਿਲਕ ਅਤੇ ਜੰਜੂ ਦੀ ਰੱਖਿਆ ਦੇ ਲਈ ਸ਼ਹੀਦੀ ਦੇਣ ਦੇ ਇਸ ਦਿਹਾੜੇ ਨੂੰ ਸਮਰਪਿਤ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਆਪ ਸੰਗਤਾਂ ਸ਼ਿਰਕਤ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਲਾਸਾਨੀ ਸ਼ਹਾਦਤ ਹੈ, ਜੋ ਉਹਨਾਂ ਦਾ ਤੇਜ ਪ੍ਰਤਾਪ ਹੈ, ਜਿਸ ਦਿਨ ਅਵਤਾਰ ਧਾਰਦੇ ਨੇ ਉਸ ਦਿਨ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਸਮੇਤ ਸਿੱਖਾਂ ਦੇ ਵਿੱਚ ਇਹ ਦਰਸਾ ਦਿੱਤਾ ਸੀ। ਤਿੰਨ ਗੁਣ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ ਦੇ ਸਮੇਂ ਦੱਸੇ ਨੇ। ਦਸਾਂ ਪਾਤਸ਼ਾਹੀਆਂ ਚੋਂ ਇਕਲੌਤੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦਾ ਹੈ ਔਰ ਤਕਰੀਬਨ 9 ਸਾਲ ਪ੍ਰਕਾਸ਼ ਤੋਂ ਲੈ ਕੇ 9 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਉਂਦੇ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਖਤ ਤੇ ਸੁਸ਼ੋਭਿਤ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਅੱਜ ਸੁਸ਼ੋਭਿਤ ਨੇ। ਕੀਰਤਨੀਏ ਕੀਰਤਨ ਕਰ ਰਹੇ ਨੇ, ਆਸਾ ਦੀ ਵਾਰ ਲੱਗੀ ਹੈ। ਗੁਰੂ ਕੇ ਪਿਆਰੇ ਸਿੱਖ ਨੇ ਆ ਕੇ ਕੰਨ ਦੇ ਵਿੱਚ ਗੁਪਤੇ ਬਚਨ ਕਰ ਦਿੱਤਾ ਹੈ ਵੀ ਆਪ ਦੇ ਘਰ ਪਾਤਸ਼ਾਹ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਹੈ। ਅੱਛਾ, ਥੋੜ੍ਹਾ ਜਿਹਾ ਧਿਆਨ ਮਾਰੀਏ ਆਪਣੇ ਵੱਲ। ਅਸੀਂ ਦੁਨਿਆਵੀ ਲੋਕ ਹਾਂ, ਜੇ ਸਾਡੇ ਕੰਨੀ ਇਹ ਖਬਰ ਪਈ ਹੁੰਦੀ ਤੇ ਸਭ ਕੁਝ ਛੱਡ ਕੇ ਘਰ ਨੂੰ ਦੌੜ ਜਾਣਾ ਸੀ। ਇਹ ਤੋਂ ਵੱਡੀ ਖੁਸ਼ੀ ਦੀ ਖਬਰ ਕਿਹੜੀ ਹੈ ਦੁਨੀਆ ਤੇ।
ਕੋਈ ਗਮੀ ਦਾ ਸਮਾਂ ਹੋਵੇ ਤੇ ਫਿਰ ਵੀ ਆਪਾਂ ਖੋ ਦਿੰਨੇ ਆ, ਤੇ ਖੁਸ਼ੀ ਦਾ ਹੋਵੇ ਫਿਰ ਵੀ ਆਨੰਦ ਵਿੱਚ ਸਭ ਕੁਝ ਭੁੱਲ ਜਾਂਦੇ ਆ। ਗੁਰੂ ਹਰਗੋਬਿੰਦ ਸਾਹਿਬ ਦੇ ਕੰਨਾਂ ਵਿੱਚ ਖਬਰ ਪਈ ਹੈ, ਚਿਹਰੇ ਤੇ ਨੂਰ ਅੱਗੇ ਹੀ ਬੜਾ ਹੈ, ਅੱਗੇ ਹੀ ਆਨੰਦ ਵਿੱਚ ਨੇ, ਤੇ ਹੁਣ ਕੋਈ ਬਹੁਤਾ ਫਰਕ ਨਹੀਂ ਪਿਆ, ਕਿਉਂਕਿ ਰੱਬ ਦੀ ਹਸਤੀ ਐਸੀ ਹੈ, ਦੁੱਖ ਅਤੇ ਸੁੱਖ ਦਾ ਉਹਦੇ ਤੇ ਅਸਰ ਨਹੀਂ ਹੁੰਦਾ। ਗੁਰੂ ਮਹਾਰਾਜ ਬੈਠੇ ਰਹੇ, ਆਸਾ ਦੀ ਵਾਰ ਦੀ ਸਮਾਪਤੀ ਹੋਈ, ਹੁਕਮਨਾਮਾ ਹੋਇਆ, ਕਥਾ ਹੋਈ, ਤੇ ਪੰਜਾਂ ਸਿੰਘਾਂ ਦੇ ਸਮੇਤ, ਸਿੱਖਾਂ ਦੇ ਸਮੇਤ ਗੁਰੂ ਕੇ ਮਹਿਲਾਂ ਵਿੱਚ ਪਹੁੰਚ ਗਏ। ਔਰ ਜਿਹੜਾ ਇੱਕ ਕੌਤਕ ਉੱਥੇ ਵਰਤਿਆ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਇਸ ਬਾਲਕ ਨੂੰ ਨਮਸਕਾਰ ਕੀਤੀ ਤੇ ਮੱਥਾ ਟੇਕਿਆ ਹੈ। ਇਹ ਜਗਤ ਵਿੱਚ ਪਹਿਲੀ ਵਾਰ ਹੋਇਆ। ਪਿਤਾ ਦੇ ਚਰਨਾਂ ਵਿੱਚ ਪੁੱਤਰ ਤੇ ਝੁਕਦਾ ਵੇਖਿਆ ਹੈ, ਪੁੱਤਰ ਦੇ ਚਰਨਾਂ ਵਿੱਚ ਪਿਤਾ ਝੁਕਦਾ ਨਹੀਂ ਤੱਕਿਆ ਕਿਸੇ ਨੇ। ਤੇ ਬਾਬਾ ਬਿਧੀ ਚੰਦ ਨੇ ਉੱਥੇ ਸਹਿ ਸੁਭਾ ਇਹ ਸਵਾਲ ਕੀਤਾ ਹੈ ਵੀ ਗੁਰੂ ਸਾਹਿਬੇ ਕੀ ਕੌਤਕ ਵਰਤਿਆ ਹੈ। ਇੱਕ ਤੇ ਪੁੱਤਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ, ਤੁਸੀਂ ਪਿਤਾ ਹੋ, ਤੇ ਪਿਤਾ ਦੇ ਚਰਨਾਂ ਵਿੱਚ ਪੁੱਤਰ ਤੇ ਝੁਕਦੇ ਵੇਖੇ ਨੇ, ਇਹ ਕੀ ਕੌਤਕ ਹੈ। ਦੂਸਰਾ, ਕੁੱਲ ਕਾਇਨਾਤ ਦੇ ਮਾਲਕ ਹੋ, ਸਮੁੱਚੀ ਸ੍ਰਿਸ਼ਟੀ ਤੁਹਾਡੇ ਚਰਨਾਂ ਵਿੱਚ ਝੁਕਦੀ ਹੈ, ਬੜੀ ਵੱਡੀ ਤਾਕਤ ਨੇ। ਭਾਈ ਗੁਰਦਾਸ ਕਹਿ ਰਹੇ ਨੇ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਓਡਾ ਭਾਰਾ ਗੁਰੂ, ਅਧਿਆਤਮਕ ਤੌਰ ਤੇ ਉਹਨੀਆਂ ਬਰਕਤਾਂ ਵਾਲਾ ਗੁਰੂ, ਜਾਂ ਸਥੂਲ ਤੌਰ ਤੇ ਏਡਾ ਬਾਹੂ ਸਰੂਹੇ। ਲੋਕਾਂ ਕੋਲੋਂ ਇੱਕ ਤਲਵਾਰ ਨਹੀਂ ਚੱਲਦੀ, ਤੇ ਗੁਰੂ ਹਰਗੋਬਿੰਦ ਸਾਹਿਬ ਦੋ ਤਲਵਾਰਾਂ ਚਲਾਉਂਦੇ ਰਹੇ ਨੇ। ਕੁੱਲ ਕਾਇਨਾਤ ਦੇ ਮਾਲਕ ਹੋ, ਫਿਰ ਬਾਲ ਅੱਗੇ ਝੁਕੇ ਹੋ, ਤੇ ਦੀਨ ਦੁਨੀਆ ਦੇ ਮਾਲਕ ਆਖਣ ਲੱਗੇ। ਇਹ ਵੇਖੋ, ਵੈਸਾਖ ਵਦੀ 5ਵੀਂ ਸੰਮਤ 1678, ਇਹ ਉਹ ਦਿਨ ਹੈ। ਗੁਰੂ ਮਹਾਰਾਜ ਨੇ ਬਾਬਾ ਬਿਧੀ ਚੰਦ ਨੂੰ ਆਖਿਆ ਵੀ ਵੇਖੋ, ਇਹਦੇ ਵਿੱਚ ਬੜੇ ਮਹਾਨ ਗੁਣ ਨੇ। ਪਾਤਸ਼ਾਹ ਸਾਨੂੰ ਦੱਸੋ, ਇਹ ਸ਼ੰਕਾ ਸਾਡੇ ਮਨ ਦਾ ਦੂਰ ਕਰੋ। ਤੇ ਦੀਨ ਦੁਨੀਆ ਦੇ ਮਾਲਕ ਨੇ ਉੱਥੇ ਜਿਹੜੀਆਂ 3 ਗੱਲਾਂ ਆਖੀਆਂ, ਧਿਆਨ ਦਿਓ। ਕਹਿੰਦੇ ਇਹ ਜਿਹੜਾ ਬਾਲਕ ਹੈ ਨਾ, ਬਾਬਾ ਬਿਧੀ ਚੰਦਾ, ਇਹ ਜਿਹੜਾ ਬਾਲਕ ਹੈ, ਇਹਦੇ ਵਿੱਚ 3 ਐਸੀਆਂ ਬਰਕਤਾਂ ਨੇ, ਇਹ 3 ਐਸੀਆਂ ਬਰਕਤਾਂ ਦਾ ਮਾਲਕ ਹੋਵੇਗਾ। ਇੱਕ ਤੇ ਇਹਦਾ ਤੇਜ ਪ੍ਰਤਾਪ ਦੁਨੀਆ ਤੇ ਬੜਾ ਹੋਵੇਗਾ। 3 ਗੱਲਾਂ ਆਖੀਆਂ, ਤ੍ਰਿਦੰਡ, ਅਖੰਡ, ਮਹਾਪ੍ਰਚੰਡ। ਤ੍ਰਿਦੰਡ, ਦੁਸ਼ਕਰਮੀਆਂ ਨੂੰ, ਪਾਪੀਆਂ ਨੂੰ ਦੰਡ ਦੇਣ ਵਾਲਾ ਹੈ। ਚੌਥੇ ਜੰਗ ਦੇ ਵਿੱਚ ਐਸੀ ਤਲਵਾਰ ਵਾਹੀ ਹੈ, ਕਰਤਾਰ। ਉਹਨਾਂ ਨੂੰ ਪਤਾ ਹੈ ਵੀ ਮਨ ਨਹੀਂ ਟਿਕ ਰਿਹਾ ਸਾਡਾ। ਜਿਨ੍ਹਾਂ ਦਾ ਟਿਕ ਗਿਆ, ਉਹਨਾਂ ਕੋਲੋਂ ਦਲਿੱਦਰ ਦੂਰ ਹੈ। ਉਹਨਾਂ ਨੂੰ ਅੰਮ੍ਰਿਤ ਵੇਲਾ ਸਾਂਭਣਾ ਔਖਾ ਨਹੀਂ ਹੈ, ਉਹਨਾਂ ਲਈ ਨਿਤਨੇਮ ਔਖਾ ਨਹੀਂ ਹੈ। ਏਡੀ ਅਖੰਡ ਸਮਾਧੀ ਲੱਗੀ ਰਹੀ ਹੈ ਵੀ 26 ਵਰੇ ਭੋਰੇ ਵਿੱਚ ਬਾਪੂ ਬੈਠਾ ਹੈ। ਔਰ ਯਾਦ ਰੱਖਿਓ, 26 ਵਰੇ ਤੇ ਕੁਝ ਵੀ ਨਹੀਂ। ਜਿਹੜਾ ਉਹਦਾ ਨਿਰਗੁਣ ਸਰੂਪ ਪਰਮਾਤਮਾ ਹੈ ਨਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਰਬਦ ਨਰਬਦ ਧੁੰਦੂ ਘਾਰਾ। ਜਦੋਂ ਕੁਝ ਵੀ ਨਹੀਂ ਸੀ, ਧੁੰਦ ਹੀ ਧੁੰਦ ਹੈ। ਉਦੋਂ ਅਕਾਲ ਪੁਰਖ ਕਈਆਂ ਯੁੱਗਾਂ ਤੋਂ ਇਕਲੌਤੀ ਹਸਤੀ ਹੈ ਜੋ ਚੌਂਕੜਾ ਲਾ ਕੇ ਬੈਠੀ ਹੈ। ਜਿਹੜਾ ਲੱਖਾਂ ਵਰੇ ਚੌਂਕੜਾ ਲਾ ਸਕਦਾ ਹੈ, ਉਹ ਸਰਗੁਣ ਸਰੂਪ ਵਿੱਚ 26 ਵਰੇ ਚੌਂਕੜਾ ਲਾਵੇ। ਕੋਈ ਔਖਾ ਕੰਮ ਨਹੀਂ ਹੈ। ਸਾਨੂੰ ਮੁਸ਼ਕਲ ਲੱਗਦੀ ਹੈ ਕਿਉਂਕਿ ਸਾਡੀ ਹਸਤੀ ਉਹ ਨਹੀਂ ਹੈ। ਪਰ ਜਿਨ੍ਹਾਂ ਨੂੰ ਰਸ ਆਇਆ ਉਹ ਚੌਂਕੜਾ ਲਾ ਸਕਦੇ ਨੇ। ਜਿਨ੍ਹਾਂ ਨੂੰ ਰਸ ਹੈ
ਉਹ ਸਾਰਾ ਹੀ ਸੁੰਦਰ ਗੁੜਕਾ ਸਾਹਿਬ ਪੜ੍ਹ ਦਿੰਦੇ ਨੇ, ਸੁਖਮਣੀ ਪੜ੍ਹਦੇ ਨੇ, ਆਸਾ ਦੀ ਵਾਰ ਪੜ੍ਹਦੇ ਨੇ, ਪੰਜ ਬਾਣੀਆਂ ਪੜ੍ਹਦੇ ਨੇ। ਜਿਨ੍ਹਾਂ ਨੂੰ ਰਸ ਨਹੀਂ ਉਹ ਜਪਜੀ ਸਾਹਿਬ ਹੀ ਨਹੀਂ ਪੜ੍ਹ ਪਾਉਂਦੇ। ਗੱਲ ਰਸ ਆਏ ਦੀ ਹੈ। ਜਿੱਥੇ ਕਿਸੇ ਨੂੰ ਰਸ ਮਿਲ ਜਾਵੇ, ਕਈਆਂ ਨੂੰ ਮਾਇਆ 'ਚ ਰਸ ਹੈ, ਭਾਵੇਂ ਟਰੱਕ ਨੋਟਾਂ ਦਾ ਖਿਲਾਰ ਦਿਓ, ਗਿਣਦੇ ਨਹੀਂ ਥੱਕਣਗੇ, ਕਿਉਂਕਿ ਰਸ ਹੈ ਉਹਦੇ ਵਿੱਚ। ਬੱਚਿਆਂ 'ਚ ਰਸ ਹੈ, ਪ੍ਰੇਮ ਘਰਵਾਲੀ ਵਿੱਚ ਰਸ ਹੈ, ਘਰ ਵਾਲੇ ਵਿੱਚ ਇਹਨੂੰ ਰਸ ਹੈ, ਮਾਇਆ ਵਿੱਚ ਰਸ ਹੈ। ਤੇ ਇਦਾਂ ਸਾਧਾਂ ਨੂੰ ਨਾਮ ਵਿੱਚ ਰਸ ਹੁੰਦਾ ਹੈ। ਜਿੰਨਾ ਸਮਾਂ ਚਾਹੇ ਬੈਠੇ ਰਹਿਣ, ਆਨੰਦ ਆ ਰਿਹਾ ਹੈ ਉਹਨਾਂ ਨੂੰ। ਤੇ ਜਿੱਥੋਂ ਆਨੰਦ ਆਵੇ ਉੱਥੋਂ ਉੱਠਣਾ ਬੜਾ ਔਖਾ ਹੈ। ਕਈਆਂ ਨੂੰ ਆ ਨਾਟਕਾਂ ਚੇਟਕਾਂ 'ਚੋਂ ਆਨੰਦ ਆਉਂਦਾ, ਭਾਵੇਂ ਸਾਰੀ ਦਿਹਾੜੀ ਟੀਵੀ ਲਾ ਕੇ ਬੈਠੇ ਰਹਿਣ। ਗੱਲ ਤੇ ਰਸ ਆਏ ਦੀ ਹੈ। ਸਾਧ ਸਾਰੀ ਦਿਹਾੜੀ ਚੌਂਕੜਾ ਲਾਉਂਦੇ ਨੇ, ਉੱਥੋਂ ਰਸ ਆਉਂਦਾ ਹੈ। ਦੀਨ ਦੁਨੀਆ ਦਾ ਮਾਲਕ ਅਖੰਡ ਚੌਂਕੜੇ ਦਾ ਮਾਲਕ ਹੋਵੇਗਾ। ਪਾਤਸ਼ਾਹ ਆਖਣ ਲੱਗੇ, ਕਿੰਨੀ ਵੀ ਮੁਸੀਬਤ ਆ ਜਾਵੇ ਇਹ ਅਡੋਲ ਰਹੇਗਾ, ਇਹ ਅਖੰਡ ਰਹੇਗਾ, ਪ੍ਰਚੰਡ। ਭਾਵੇਂ 7 ਤਾਲਿਆਂ ਵਿੱਚ ਛੁਪਾ ਲਓ, ਭੋਰਿਆਂ ਵਿੱਚ ਛੁਪਾ ਲਓ, ਇਹ ਦੁਨੀਆ ਤੇ ਸੂਰਜ ਵਾਂਗੂ ਪ੍ਰਚੰਡ ਪ੍ਰਕਾਸ਼ ਪੈਦਾ ਕਰੇਗਾ। ਦੁਨੀਆ ਦੇ 4 ਕੋਨਿਆਂ ਦੇ ਅੰਦਰ ਇਸ ਦੀ ਜੈ ਜੈਕਾਰ ਹੋਵੇਗੀ। ਇਹ ਲੁਕ ਨਹੀਂ ਸਕੇਗਾ, ਇਹ ਪ੍ਰਗਟ ਰਹੇਗਾ। ਤ੍ਰਿਦੰਡ ਅਖੰਡ ਪ੍ਰਚੰਡ ਕਹਿੰਦੇ ਭਾਈ ਵਿਧੀ ਚੰਦਾ। ਇਸ ਕਰਕੇ ਇਹਦੇ ਅੱਗੇ ਸੀਸ ਨਿਵਾਇਆ ਹੈ। ਗੁਰੂ ਨਾਨਕ ਦੇ ਤਖਤ ਦਾ ਮਾਲਕ ਇਹ ਪ੍ਰਚੰਡ ਸਰੂਪ ਤੇਗ ਬਹਾਦਰ ਬਣੇਗਾ ਆਉਣ ਵਾਲੇ ਸਮੇਂ ਦੇ ਅੰਦਰ। ਇਹ ਠੀਕ ਹੈ, ਜੋ ਪਾਤਸ਼ਾਹ ਨੇ ਆਖਿਆ ਹੈ ਉਹੀ ਹੋਇਆ ਹੈ। ਔਰ ਜਦੋਂ ਸਿਰ ਨਵਾਇਆ ਨਾ, ਤਬ ਗੁਰੂ ਸਿਸ ਕੋ ਬੰਦਨਾ ਕਰੀ, ਤਬ ਗੁਰੂ ਸਿਸ ਕੋ ਬੰਦਨਾ ਕਰੀ, ਸੋ ਅਤ ਹਿਤ ਚਿਤ ਲਾਏ, ਵਿਦਿਆ ਕਹੈ ਕਸ ਬਿਨਤ ਕੀ, ਕਹੋ ਸੋ ਹਿਤ ਚਿਤ ਲਾਏ। ਕਿਉਂ ਮੱਥਾ ਟੇਕਿਆ ਸੀ? ਬਾਪੂ ਕਹਿੰਦੇ ਇਸ ਲਈ ਸਿਰ ਝੁਕਾਇਆ ਸੀ। ਤ੍ਰਿਦੰਡ ਅਖੰਡ ਪ੍ਰਚੰਡ ਹੋਵੇਗਾ, ਐਸੀਆਂ ਬਰਕਤਾਂ ਦਾ ਇਹ ਮਾਲਕ ਹੋਵੇਗਾ। ਮਾਤਾ ਗੁਜਰੀ ਜੀ ਦੇ ਨਾਲ ਸਮਾਂ ਆਇਆ, ਆਨੰਦ ਕਾਰਜ ਹੋਏ। ਬਾਬਾ ਬਕਾਲਾ ਸਾਹਿਬ ਰਹਿਣ ਲੱਗ ਪਏ। ਰਿਹਾਇਸ਼ ਲਈ ਬੇਸਮੈਂਟ ਚੁਣੀ ਹੈ, ਭੋਰਾ ਚੁਣਿਆ ਹੈ, ਭੋਰੇ ਵਿੱਚ ਬਹਿੰਦੇ ਨੇ। ਕਿਉਂਕਿ ਸੁਭਾਅ ਸੀ ਇਕਾਂਤ ਬੈਠਣ ਦਾ, ਸੁਭਾਅ ਸੀ ਨਿਰਗੁਣ ਸਰੂਪ ਵਿੱਚ ਜੁੜੇ ਰਹਿਣ ਦਾ। 22 ਮੰਜੀਆਂ ਲੱਗ ਗਈਆਂ ਤੇ ਕੱਚ ਚੋਂ ਹੀਰਾ ਮਾਮੂਲੀ ਬੰਦਾ ਨਹੀਂ ਲੱਭ ਸਕਦਾ। ਜਿੱਥੇ ਇੰਨਾ ਕੱਚ ਹੋਵੇ ਤੇ ਉੱਥੇ ਇੱਕ ਕਿੱਦਾਂ ਲੱਭੇ? ਗੁਰੂ ਹੀ ਬੜੇ ਬਣ ਗਏ। ਕਿਉਂਕਿ 9ਵੇਂ ਬਾਪੂ ਗੁਰੂ ਹਰਕ੍ਰਿਸ਼ਨ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ 8ਵੇਂ ਪਾਤਸ਼ਾਹ ਨੇ ਦਿੱਲੀ ਦੀ ਧਰਤੀ ਤੇ ਜਦੋਂ ਅਖੀਰਲੇ ਸਮੇਂ ਦੇ ਉੱਤੇ 5 ਭੂਤਕ ਸਰੀਰ ਤਿਆਗਣਾ ਸੀ, ਸੰਗਤ ਨੇ ਪੁੱਛਿਆ ਜੀ ਹੁਣ ਕਿਹਦੇ ਚਰਨੀ ਲਾ ਕੇ ਚੱਲੇ ਹੋ? ਕਹਿੰਦੇ ਬਾਬਾ ਬਕਾਲੇ। ਹੁਣ ਉੱਥੇ ਚਰਨੀ ਲੱਗਣਾ ਪਵੇਗਾ, ਬਕਾਲੇ ਵਿੱਚ ਜਾ ਕੇ ਬਾਬਾ ਲੱਭਣਾ ਪਵੇਗਾ। ਹੁਣ ਬਾਬਾ ਨਾਮ ਤੇ ਕੋਈ ਲਿਆ ਨਾ, ਭਾਈ ਬਾਬੇ ਬਣ ਗਏ। ਕਾਚੀ ਕੱਚ ਹੈ, ਪਰ ਅੱਜ ਇੱਕ ਜ਼ੋਹਰੀ ਆ ਗਿਆ ਜਿਹਦਾ ਨਾਮ ਬਾਬਾ ਮੱਖਣ ਸ਼ਾਹ ਲਵਾੜਾ। ਉਹਨੇ ਕੱਚ ਚੋਂ ਹੀਰਾ ਕੱਢ ਲਿਆ, ਪ੍ਰਗਟ ਕਰ ਦਿੱਤਾ ਹੈ। ਗੁਰੂ ਲਾਦੋਰੇ, ਗੁਰੂ ਲਾਦੋਰੇ ਹੋ ਗਈ ਹੈ। ਫਿਰ ਗੁਰਤਾ ਗੱਦੀ ਦੇ ਮਾਲਕ ਬਣੇ ਔਰ ਸੰਗਤ ਨੂੰ ਤਾਰਦੇ ਨੇ। ਇਤਿਹਾਸ ਗਵਾਹ ਹੈ ਵੀ ਜਦੋਂ ਪਾਤਸ਼ਾਹ ਬਾਲ ਅਵਸਥਾ ਵਿੱਚ ਸਨ ਤੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਗੁਰੂ ਹਰਗੋਬਿੰਦ ਸਾਹਿਬ ਨੇ ਅੰਤਰ ਧਿਆਨ ਹੋ ਕੇ ਬੇਨਤੀ ਕੀਤੀ ਸੀ, ਹੇ ਨਾਨਕ ਜੀ, ਹੇ ਨਾਨਕ ਜੀ, ਇਸ ਬਾਲਕ ਨੂੰ ਬਦੀ ਦੇ ਸਾਹਮਣੇ ਅੜ ਖਲੋਣ ਦੀਆਂ ਬਰਕਤਾਂ ਬਖਸ਼ਣੀਆਂ, ਬਦੀ ਦੇ ਸਾਹਮਣੇ ਅੜ ਖਲੋਣ ਦੀ ਤਾਕਤ ਬਖਸ਼ਣੀ, ਬਦੀ ਨਾਲ ਟਕਰਾਉਣ ਦਾ ਬਲ ਬਖਸ਼ਣਾ ਔਰ ਆਖਰੀ ਦਮਾਂ ਤੱਕ ਬਦੀ ਨਾਲ ਜੂਝਣ ਦੀ ਤਾਕਤ ਦੇ ਦੇਣੀ। ਔਰ ਐਸਾ ਹੀ ਹੋਇਆ ਹੈ। ਇਹ ਬਦੀ ਤੋਂ ਚੁੱਕਿਆ ਨਹੀਂ ਹੈ। ਵਿਚਾਰ ਕਰੋ, ਗੁਰੂ ਹਰਗੋਬਿੰਦ ਸਾਹਿਬ ਦੀ ਕੀਤੀ ਅਰਦਾਸ ਆਪਣੇ ਨਿਰਗੁਣ ਸਰੂਪ ਅੱਗੇ, ਆਪਣੇ ਪਹਿਲੇ ਜਾਮੇ ਅੱਗੇ ਪ੍ਰਵਾਨ ਹੁੰਦੀ ਹੈ। ਗੁਰੂ ਮਹਾਰਾਜ ਨੇ ਇਹ ਵਾਕਿਆ ਹੀ ਕਿਹਾ ਹੈ ਵੀ ਇਹ ਬਦੀ ਸਾਹਮਣੇ ਝੁਕਦਾ ਨਹੀਂ ਸੀ। ਕਲਗੀਧਰ ਦੀ ਜਦੋਂ ਬਾਣੀ ਪੜੋਗੇ ਨਾ ਤੁਸੀਂ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰੜ ਨਾ ਦਿਆ। ਸਿਰੜ ਨਹੀਂ ਛੱਡਿਆ, ਸਿਰ ਦੇ ਦਿੱਤਾ, ਸਿਰ ਦੇ ਦਿੱਤਾ, ਸਿਰੜ ਨਹੀਂ ਛੱਡਿਆ। ਸਿਰ ਨਹੀਂ ਝੁਕਾਇਆ, ਸਿਰੜ ਨਹੀਂ ਛੱਡਿਆ, ਸਿਰ ਦੇ ਦਿੱਤਾ ਹੈ।
ਵਾਕਿਆ ਹੀ ਬਦੀ ਸਾਹਮਣੇ ਇਹ ਝੁਕਿਆ ਨਹੀਂ ਹੈ। ਬਦੀ ਦੇ ਸਾਹਮਣੇ ਇਹ ਅੜਿਆ ਰਿਹਾ ਹੈ। ਕਈ ਤੇ ਮਹਾਰਾਜ ਕਹਿੰਦੇ ਨੇ ਨਾਟਕ ਚੇਟਕ ਕਰਨ ਨੂੰ ਸਾਧਾਂ ਵਾਲਾ ਲਿਬਾਸ ਪਾਉਂਦੇ ਨੇ, ਪਰ ਅੰਦਰ ਸਾਧਾਂ ਵਾਲੀ ਅਖੰਡ ਤਾਕਤ ਨਹੀਂ ਹੁੰਦੀ। ਇਹਦਾ ਲਿਬਾਸ ਤੇ ਸਾਧਾਂ ਵਾਲਾ ਹੈ, ਪਰ ਹੈ ਵੀ ਅਖੰਡ ਜੋਤ। ਇਹ ਕਿਸੇ ਦੇ ਅੱਗੇ ਝੁਕਣ ਵਾਲਾ ਨਹੀਂ ਹੈ। ਔਰ ਇਹ ਸਿਰੜ ਜਿਹੜਾ ਹੈ, ਇਹ ਸਿਰੜ ਨਹੀਂ ਛੱਡ ਰਿਹਾ। ਦੀਨ ਦੁਨੀਆ ਦੇ ਮਾਲਕ ਇਉਂ ਵਕਤ ਗੁਜ਼ਰਦਾ ਹੈ, ਬਕਾਲੇ ਵਿਖੇ ਪ੍ਰਗਟ ਹੋ ਜਾਂਦੇ ਨੇ। ਸਾਡੀ ਮਾਤਾ ਗੁਜ਼ਰੀ ਕੁੱਲ ਕਾਇਨਾਤ ਦੀ ਅਸਲ ਸ਼ਬਦਾਂ ਵਿੱਚ ਆਖਾਂ ਤੇ ਉਹ ਦੇਵੀ ਹੈ ਜਿਹਨੇ ਕੁੱਲ ਭਾਰਤ ਵਰਸ਼ ਦੀਆਂ ਬੱਚੀਆਂ ਦੇ ਸੁਹਾਗ ਭਾਗ ਆਪਣਾ ਸੁਹਾਗ ਦੇ ਕੇ ਰੱਖੇ ਨੇ। ਅਸਲ ਦੇਵੀ ਉਹ ਹੈ। ਸੰਮਤ 1699 ਦੇ ਵਿੱਚ ਮਾਤਾ ਗੁਜਰੀ ਜੀ ਨਾਲ ਆਨੰਦ ਕਾਰਜ ਹੋਏ ਸਨ। ਖੁਦ ਖੁਦਾ ਦੇ ਨਾਲ ਸੰਜੋਗ ਹੋਇਆ ਹੈ ਮਾਂ ਗੁਜਰੀ ਦਾ। ਕੈਸੀ ਬੰਦਗੀ ਵਾਲੀ ਰੂਹ ਹੋਵੇਗੀ। ਖੈਰ ਲੰਮਾ ਸਮਾਂ ਬਾਬਾ ਬਕਾਲਾ ਸਾਹਿਬ ਰਹੇ, ਪ੍ਰਗਟ ਹੋ ਗਏ ਨੇ, ਦੁਨੀਆ ਨੂੰ ਤਾਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਗੱਲ ਯਾਦ ਰੱਖਿਓ, ਜਿਹਦੇ ਕੋਲ ਤਾਕਤ ਹੈ ਉਹ ਗੁਪਤ ਰਹਿੰਦਾ ਹੈ। ਜਿਨ ਹਰ ਪਾਇਆ ਤਿਨੈ ਛੁਪਾਇਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹਨੂੰ ਰੱਬ ਮਿਲਿਆ ਉਹ ਦੁਹਾਈ ਨਹੀਂ ਪਾਉਂਦਾ ਵੀ ਮੈਨੂੰ ਮਿਲ ਗਿਆ ਹੈ। ਦੁਹਾਈ ਉਹ ਦਿੰਦਾ, ਰੌਲਾ ਉਹ ਪਾਉਂਦਾ ਹੈ ਜਿਹੜਾ ਭਾਂਡਾ ਖਾਲੀ ਹੋਵੇ। ਉਹੀ ਖੜਕਾ ਕਰਦਾ ਹੈ ਨਾ। ਜਿਹੜਾ ਭਾਂਡਾ ਭਰਿਆ ਹੋਵੇ ਉਹਨੂੰ ਖੜਕਾ ਕੇ ਵੇਖਿਓ, ਖੜਕੇਗਾ ਨਹੀਂ। 22 ਮੰਜੀਆਂ ਵਾਲੇ ਖਾਲੀ ਨੇ, ਖੜਕਾ ਜ਼ਿਆਦਾ ਹੈ ਵੀ ਅਸੀਂ ਗੁਰੂ ਆ। ਗੁਰੂ ਤੇ ਗੁਪਤ ਹੋ ਕੇ ਗੁਰੂ ਨਾਨਕ ਦੀ ਯਾਦ ਵਿੱਚ ਬੈਠਾ ਹੈ ਚੌਂਕੜਾ ਲਾ ਕੇ। ਜਿਨ੍ਹਾਂ ਦੇ ਨੇ ਹਰੀ ਨੂੰ ਪਾਉਣਾ ਹੈ ਉਹ ਤੇ ਛੁਪੇ ਹੋਏ ਨੇ। ਉਹਨਾਂ ਨੂੰ ਫਿਰ ਐਸੇ ਬਾਬਾ ਮੱਖਣ ਸ਼ਾਹ ਵਰਗੇ ਪਾਰਖੂ ਦੁਨੀਆ ਤੇ ਪ੍ਰਗਟ ਕਰ ਰਹੇ ਨੇ। ਜਿਵੇਂ ਹਰ ਇੱਕ ਲੱਕੜ ਵਿੱਚ ਅੱਗ ਹੈ, ਪਰ ਤੀਲੀ ਪ੍ਰਗਟ ਕਰਦੀ ਹੈ ਉਸ ਅੱਗ ਨੂੰ। ਅੱਜ ਸਮਾਂ ਆਇਆ ਹੈ। ਅੱਜ ਔਰੰਗਜ਼ੇਬ ਨੇ ਐਲਾਨ ਕਰ ਦਿੱਤਾ ਹੈ ਵੀ ਇਸ ਭਾਰਤ ਵਰਸ਼ ਦੇ ਅੰਦਰ ਕੇਵਲ ਜੋ ਇਸਲਾਮ ਦਾ ਕਲਮਾ ਪੜ੍ਹੇਗਾ ਉਹ ਜਿਉਂਦਾ ਰਹੇਗਾ, ਨਾ ਜਨੇਊ ਰਹੇਗਾ, ਨਾ ਕੋਈ ਹੋਰ ਧਰਮ ਇੱਥੇ ਰਹਿਣ ਦਿੱਤਾ ਜਾਵੇਗਾ। ਦੇਖਿਓ 1732 ਸੰਮਤ ਜਦੋਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਮੱਘਰ ਸੁਦੀ 5ਵੀਂ ਸੰਮਤ 1732। ਇਸ ਇਤਿਹਾਸ ਵੱਲ ਆਪਾਂ ਵਧੀਏ ਵੀ ਔਰੰਗਜ਼ੇਬ ਦੇ ਐਲਾਨ ਤੋਂ ਬਣ ਸਨਾਤਨ ਹਿੰਦੂ ਧਰਮ ਜਿਹੜਾ ਕੰਬ ਉੱਠਿਆ ਹੈ। ਤੇ ਤੁਹਾਨੂੰ ਪਤਾ ਹੈ ਜਦੋਂ ਵੀ ਕੋਈ ਆਗੂ ਜਿਹੜਾ ਹੈ ਨਾ ਕਦਮ ਪੁੱਟੇ ਤੇ ਦੂਸਰੇ ਲੋਕ ਉਹਦੇ ਪਿੱਛੇ ਚੱਲ ਪੈਂਦੇ ਨੇ। ਕਸ਼ਮੀਰ ਦੇ ਪੰਡਤ ਕਿਉਂ ਚੁਣੇ ਗਏ? ਕਿਉਂਕਿ ਇਹ ਸਨਾਤਨ ਹਿੰਦੂ ਧਰਮ ਦੇ ਵਿੱਚ ਆਗੂ ਮੰਨੇ ਜਾਂਦੇ ਸਨ। ਤੇ ਜਦੋਂ ਰਾਜਾ ਹਾਰ ਮੰਨ ਲਵੇ ਤੇ ਫਿਰ ਪ੍ਰਜਾ ਤੇ ਹਾਰੀ ਹੁੰਦੀ ਹੈ। ਵੈਸੇ ਵੀ ਜਿਹੜਾ ਵਿਦਵਾਨ ਹੈ, ਕਸ਼ਮੀਰ ਦੇ ਪੰਡਤਾਂ ਤੋਂ ਵੱਡਾ ਵਿਦਵਾਨ ਕੋਈ ਨਹੀਂ ਸੀ ਹਿੰਦੂ ਜਗਤ ਵਿੱਚ। ਅੱਜ ਵੀ ਤੁਸੀਂ ਵੇਖੋ ਕੋਈ ਪੜ੍ਹਿਆ ਲਿਖਿਆ ਪਿੰਡ ਵਿੱਚ ਬੰਦਾ ਜਿੱਧਰ ਨੂੰ ਚੱਲੇ ਲੋਕ ਆਖਣਗੇ ਵੀ ਉਹ ਪ੍ਰੋਫੈਸਰ ਸਾਹਿਬ ਚੱਲ ਪਏ ਨੇ, ਚਲੋ ਪਿੱਛੇ ਹੀ ਚੱਲੀਏ। ਕੋਈ ਪੜ੍ਹਿਆ ਲਿਖਿਆ ਕਬਰ ਤੇ ਦੀਵਾ ਜਗਾ ਦੇਵੇ ਤੇ ਸਾਰਾ ਪਿੰਡ ਹੀ ਪਿੱਛੇ ਤੁਰ ਪੈਂਦਾ। ਕੋਈ ਪੜ੍ਹਿਆ ਲਿਖਿਆ ਪਖੰਡ ਕਰੇ ਤੇ ਸਾਰਾ ਪਿੰਡ ਹੀ ਪਖੰਡ ਕਰਨ ਲੱਗ ਪੈਂਦਾ। ਉਹਨਾਂ ਵੇਖਿਆ ਹੈ ਵੀ ਇਹ ਜਿਹੜੇ ਸਵਾ ਮਣ ਜਨੇਊ ਲੈਂਦੇ ਨੇ, ਇਦਾਂ ਤੇ ਬੜਾ ਲੰਮਾ ਸਮਾਂ ਲੱਗੇਗਾ। ਬੜੀ ਆਬਾਦੀ ਹੈ ਹਿੰਦੂ ਜਗਤ ਦੀ, ਬੜਾ ਲੰਮਾ ਸਮਾਂ ਲੱਗੇਗਾ। ਹੋਵੇ ਨਾ ਤੇ ਇਹਨਾਂ ਦੇ ਆਗੂਆਂ ਨੂੰ ਮਜ਼ਹਬ ਤੋਂ ਦੂਰ ਕਰਕੇ, ਸਨਾਤਨ ਹਿੰਦੂ ਮਤ ਤੋਂ ਦੂਰ ਕਰਕੇ ਕਲਮਾ ਪੜ੍ਹਾ ਲਿਆ ਜਾਵੇ, 5 ਵਕਤ ਦੇ ਨਮਾਜ਼ੀ ਬਣਾ ਲਿਆ ਜਾਵੇ ਤੇ ਸਾਰਾ ਹਿੰਦੂ ਜਗਤ ਪਿੱਛੇ ਹੀ ਆ ਜਾਵੇਗਾ। ਜਨੇਊ ਆਪੇ ਹੀ ਲੱਥ ਜਾਣਗੇ। ਜਦੋਂ ਇਹ ਗੱਲ ਕਸ਼ਮੀਰ ਤਾਈਂ ਪਹੁੰਚੀ ਹੈ, ਇਹ ਬਚਨ ਕਸ਼ਮੀਰ ਦੇ ਸੂਬੇ ਤਾਈਂ ਔਰੰਗਜ਼ੇਬ ਨੇ ਲਿਖਤੀ ਰੂਪ ਵਿੱਚ ਘੱਲਣਾ ਕੀਤਾ ਹੈ। ਸਾਰੇ ਹਿੰਦੁਸਤਾਨ ਵਿੱਚ ਹੀ ਚਿੱਠੀਆਂ ਕੱਢ ਦਿੱਤੀਆਂ ਗਈਆਂ ਸਨ। ਸਗਰੇ ਨਰ ਮੈਂ ਤੁਰਕ ਬਣਾਊਂ, ਬਹੁਰ ਸ਼ਰਾ ਕੇ ਬੀਚ ਲਵਾਊਂ।
सगरे नर मैं तुर्क बनाऊं, बहुर शरा के बीच ले आऊं, लिख परवाने पुनः पठाए। लिख परवाना पुनः पठाए, प्रथम पुरी कश्मीर सिधाए। सब तो पहला ये परवाने कश्मीर घले ने। उत्थे शेर अफगान जो उथों दा सूबा है उसनूं ऐलान कर दिता गया, प्रेम दे नाल जनेऊ ला देण ये कश्मीरी पंडित ते ठीक है, नहीं लाउंदे माया दिओ, क्योंकि ब्राह्मण माया दा बड़ा शकीन है, माया दा बड़ा लालच करता है। माया दिओ इन्हां नूं, खरीद लो। प्रेम नाल नहीं मानते, माया नाल नहीं मानते ते सिर ला दिओ, भै दे नाल मनाओ, किसी तरह भी होवे इन्हां नूं इस्लाम जगत विच लैके आओ। वेखो, करे उतारन सर्ब जनेऊ, ऐसा इतिहास है भारत वर्ष का। की एहसान है गुरु तेग बहादुर साहब का देश के लोग सुनन। करे उतारन सर्ब जनेऊ, तोल सवा मन तिस होयू। कहंदे जदों जनेऊ लाउंदा है, जदों जनेऊ लाउंदा है ते औरंगजेब एक गल कहंदा है भी जदों इन्हां धागियां नूं इकट्ठा करोगे, भार इन्हां दा सवा मन हो जावे ते फिर रोटी दी बुरकी मैं तोड़ांगा, नहीं ते नहीं। ते जनेऊ दा भार की हुंदा, एक धागा ही है ना। ते सवा मन ये धागा इकट्ठा छेती नहीं होवेगा, बड़े गिरेबान वढ़ के, बड़े घर उजाड़ के, बड़े सुहाग लुट के ये भार हुंदा सी ते फिर किते एक बुरकी तोड़दा सी रोटी दी। ऐसा हशर कीता गया। पंडितां आख्या जीवन ते मरबो अब आशो। ऐसे जीवन नालों, गुलामी दे जीवन नालों मौत चंगी है। धर्म त्याग बो नाहिन बांछो, जीवन ते मरबो अब आछो। धर्म नहीं छड्डांगे, मरना प्रवान है। ये कईयां ने आवाज ये दी है, पर ज्यादातर झुक रहे सन, ज्यादातर धर्म तब्दील कर रहे सन, ज्यादातर जनेऊ ला के 5 वक्त दे नमाजी बन रहे सन, गायत्री छड्ड दित्ती, कलमा पढ़ रहे सन। हुण समा मंगिया गया भी थोड़ा समा दिओ सन। आगुआं ने, हिंदू जगत दे आगुआं ने समा मंग लिया भी थोड़ा जिहा समा दे दिओ सन। ये जनेऊ ला के कतलो गैरत जो मचाउंदे हो, समा दे दिओ। इन्ने समय तो बाद अगर असीं कलमा पढ़ लैने आ, जान बच जाएगी। अगर विरोध करते हैं तो तुसीं जो कर ही रहे हो तो करोगे ही, फिर सानू समा दे दिओ। अमरनाथ गए ने, अमरनाथ ध्यान रखियो। जदों अमरनाथ गए ना, देखो अपने इष्ट देव कोल ही जाना ना। जदों सिख दुखी हुंदा, गुरु ग्रंथ साहब कोल ही आउंदा ना। हिंदू दुखी हुंदा, उहदे लई उहदे शिव जी ने, उहदे राम जी ने, उहदे कृष्ण जी ने, अपने इष्ट देव कोल जावेगा। अमरनाथ गए ने। कवि संतोख सिंह जी चूड़ामनी कई बार अणजाण पुणे विच बृज भाषा का सानू ज्ञान नहीं हुंदा। जिस भाषा विच सूरज प्रकाश ग्रंथ लिखिया ते असीं उन्हां दी लिखत नूं कई बार ब्राह्मणवाद कह दिंदे हां। 50,000 तो उत्ते छंद ने, केवल 1-2 साखियां पढ़ के कह दिंदे जी ये ब्राह्मणवाद है। आ देखियो, जे ब्राह्मणवाद का पुजारी हुंदा कवि संतोख सिंह ते ये कदे ना कहंदा, ये कदे ना कहंदा भी जदों शिव जी ने दिदारे दिते ने ते शिव जी ने खुद अपने मुखार तो, मुखार बिंद तो ये वचन आखे ने भी कुल जगत विच गुरु नानक तो वड्डा घर कोई नहीं है। बांह फड़ सकदा है ते कली काल विच ओ फड़ सकदा है, कोई देवता नहीं तिलक नूं रखेगा। हुण हिंदू कवि थोड़ी आखेगा भी गुरु नानक दा घर वड्डा, वो ते आखेगा शंकर दा घर वड्डा। अपने इष्ट देव कोल गए ने, तरले लए भी शिव जी प्रगट हो जाण, प्रगट नहीं हुंदे। कहंदे फिर खाना कुछ
ਹਫਤਾ ਹੋ ਗਿਆ ਭੁੱਖੇ ਤੇ ਆਏ ਬੈਠੇ ਨੇ, ਪ੍ਰਾਨ ਅੰਤ ਲੋ ਦਿਜ ਭਏ। ਇਉਂ ਲੱਗਿਆ ਵੀ ਪ੍ਰਾਣ ਨਿਕਲ ਚੱਲੇ ਨੇ। ਇਸ਼ਟ ਦੇਵ ਨੂੰ, ਉਹਨਾਂ ਦੇ ਇਸ਼ਟ ਦੇਵ ਨੂੰ ਤਰਸ ਆਇਆ ਏ। ਜਾਨੇ ਹਿਰਦੇ ਤਰਨੈਨ, ਪ੍ਰਾਨ ਅੰਤ ਲੋ ਦਿਜ ਭਏ। ਜਾਨੇ ਹਿਰਦੇ ਤਰਨੈਨ, ਉਹ ਤਿੰਨਾਂ ਅੱਖਾਂ ਵਾਲੇ ਸ਼ਿਵ ਜੀ ਨੇ ਜਾਣ ਲਿਆ ਵੀ ਪੰਡਤਾਂ ਨੇ ਮਰ ਜਾਣਾ ਹੈ। ਇਹ ਤੇ ਕਦੇ ਇੱਕ ਸਮੇਂ ਰੋਟੀ ਨਾ ਮਿਲੇ ਤੇ ਦਵਾਈ ਪਾਉਂਦੇ ਸਨ। 7 ਦਿਨ ਭੁੱਖੇ। ਚੰਗੇ ਭਲੇ ਹੁੰਦੇ ਸੀ ਨਾ ਬ੍ਰਾਹਮਣ, ਖੁਰਾਕ ਖੁੱਲੀ ਖਾਂਦੇ ਸੀ। ਸ਼ੂਦਰ ਦਾ ਵੀ ਖਾ ਲੈਣਾ, ਵੈਸ਼ ਦਾ ਵੀ ਖਾ ਲੈਣਾ, ਛਤਰੀ ਦਾ ਵੀ ਖੋਹ ਲੈਣਾ, ਸਭ ਕੁਝ ਆਪ ਹੀ ਛਕਦੇ ਸਨ। ਇਹਨਾਂ ਤੇ ਗੱਲ ਢੁਕਦੀ ਹੈ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਲੋਕਾਂ ਦੇ ਢਿੱਡ ਪਾੜਨੇ, ਲੋਕਾਂ ਦੀ ਬੁਰਕੀ ਖੋਹਣੀ। ਘਰ ਵਾਲੇ ਬੱਚਿਆਂ ਨੂੰ ਪਾਲਣ ਲਈ ਗੈਰਾਂ ਦੇ ਬੱਚਿਆਂ ਦੀ ਬੁਰਕੀ ਖੋਹ ਲੈਂਦੇ ਸਨ ਇਹ ਲੋਕ। ਅੱਜ ਆਪਣੇ ਤੇ ਸਮਾਂ ਬਣ ਗਿਆ। ਖੈਰ, ਹਿੰਦੂ ਧਰਮ ਦੇ ਆਗੂ ਸਨ, ਸ਼ਿਵ ਜੀ ਪ੍ਰਗਟ ਹੋਏ। ਹੁਣ ਸ਼ਿਵ ਜੀ ਨੇ ਇੱਕ ਬਚਨ ਕੀਤਾ ਹੈ, ਕਿਰਪਾ ਧਾਰ ਪੱਤਰ ਪੱਤਰੀ ਲਿਖੇ। ਸ਼ਿਵ ਜੀ ਨੇ ਉਹਨਾਂ ਤੇ ਤਰਸ ਖਾ ਕੇ ਇੱਕ ਚਿੱਠੀ ਲਿਖੀ ਹੈ। ਹੁਣ ਤੁਸੀਂ ਆਖੋਗੇ ਇਹ ਮਿਥਿਆਸ ਹੈ। ਇਹ ਗੱਲ ਨਹੀਂ ਹੈ। ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਲਈ ਮਿਥਿਆਸ ਹੈ। ਸਾਨੂੰ ਨਹੀਂ ਰੱਬ ਦਿਖਦਾ ਨਾ ਮਿਲਦਾ, ਅਸੀਂ ਕਹਿੰਦੇ ਗੱਲਾਂ ਹੀ ਨੇ, ਉਹ ਤੇ ਅਨੁਭਵ ਹੁੰਦਾ। ਕਹਿੰਦੇ ਨਹੀਂ, ਨਾਮਦੇਵ ਜੀ ਕਹਿੰਦੇ ਅਨੁਭਵ ਵਾਲੀ ਗੱਲ ਵੱਖਰੀ ਹੈ, ਉਹ ਦਿਖਦਾ ਵੀ ਹੈ। ਨਾਮੇ ਦੇਖ ਨਾਰਾਇਣ ਹਸੇ। ਨਾਮਦੇਵ ਜੀ ਕਹਿੰਦੇ ਹੱਸਦਾ ਹੈ ਮੇਰੇ ਵੱਲ ਵੇਖ ਕੇ। ਉਹ ਇਦਾਂ ਹੀ ਭਾਈ, ਜਿਹੜੇ ਹਿੰਦੂ ਧਰਮ ਦੇ ਲੋਕ ਨੇ, ਜਿਹੜੇ ਆਪਣੇ ਧਰਮ ਤੇ ਅਕੀਦਾ ਰੱਖਦੇ ਨੇ, ਸ਼ਿਵ ਜੀ ਪ੍ਰਗਟ ਹੋ ਗਿਆ ਹੋਵੇਗਾ, ਸਾਨੂੰ ਇਹਦੇ ਨਾਲ ਮਤਲਬ ਨਹੀਂ ਹੈ। ਅਸੀਂ ਵੇਖਣਾ ਵੀ ਗੁਰੂ ਨਾਨਕ ਦੇ ਘਰ ਵਿੱਚ ਤਾਕਤ ਕੈਸੀ ਹੈ। ਸ਼ਿਵ ਜੀ ਨੇ ਇੱਕ ਪੱਤਰੀ ਲਿਖੀ ਹੈ, ਲਿਖ ਉਪਾਏ ਕੇ ਬੈਨ, ਕਿਰਪਾ ਧਾਰ ਪੱਤਰੀ ਪੱਤਰੀ ਵਿਖੈ। ਲਿਖ ਉਪਾਏ ਕੇ ਬੈਨ, ਪ੍ਰਾਨ ਅੰਤ ਲੋ ਦਿਜ ਭਏ। ਜਾਨ ਹਿਰਦੈ ਤਰਨੈਨ। ਵੇਖਿਆ ਮਰ ਜਾਣਗੇ, ਉਪਾਅ ਕਰਨਾ ਪੈਣਾ। ਇੱਕ ਚਿੱਠੀ ਤੇ 2 ਅੱਖਰ ਲਿਖ ਦਿੱਤੇ ਵੀ ਜਾ ਕੇ ਗੁਰੂ ਨਾਨਕ ਦੇ ਘਰ ਤਰਲਾ ਲਿਓ ਤੇ ਮੇਰੇ ਵੱਲੋਂ ਹੱਥ ਜੋੜਿਓ ਵੀ ਹਿੰਦੂ ਜਗਤ ਦੇ ਸਮੁੱਚਿਆਂ ਦੇਵਤਾਂ ਵਿੱਚੋਂ ਮਹਾਦੇਵ, ਵੱਡਾ ਦੇਵ ਸ਼ਿਵ ਜੀ ਇਹ ਬੇਨਤੀ ਕਰਦਾ ਹੈ ਵੀ ਸਾਡੇ ਸਨਾਤਨ ਧਰਮ ਨੂੰ ਗੁਰੂ ਨਾਨਕ ਦਾ ਘਰ ਹੀ ਰੱਖ ਸਕਦਾ ਹੈ, ਹੋਰ ਕੋਈ ਨਹੀਂ। ਐਵੇਂ ਨਹੀਂ ਬਾਣੀ ਕਹਿੰਦੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸ੍ਰੀ ਨਾਨਕ ਜਗ ਗੁਰੂ ਵਿਸਾਲਾ, ਇਹ ਸ਼ਿਵ ਜੀ ਕਹਿ ਰਹੇ ਨੇ। ਸ੍ਰੀ ਨਾਨਕ ਜਗ ਗੁਰੂ ਵਿਸਾਲਾ, ਅਪਰਮਏ ਸਮਰੱਥ ਕਲ ਕਾਲਾ। ਗੁਰੂ ਨਾਨਕ ਤੋਂ ਵੱਡਾ ਜਗਤ ਵਿੱਚ ਕੋਈ ਨਹੀਂ ਹੈ। ਤੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਵੀ ਕੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹ ਸ਼ਿਵ ਜੀ ਬ੍ਰਹਮਾ ਮਹੇਸ਼ ਵੀ ਜਪਦੇ ਨੇ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸਿਮਰਹਿ ਬ੍ਰਹਮੇ ਵਿਸ਼ਨ ਮਹੇਸ਼ਾ। ਸਿਮਰਹਿ ਬ੍ਰਹਮ ਹੈ ਵਿਸ਼ਨ ਮਹੇਸ਼ਾ, ਸਿਮਰਹਿ ਦੇਵਤੇ ਕੋੜ ਤੇ ਤੀਸਾ। ਸਾਰੇ ਹੀ ਉਸ ਪ੍ਰਮਾਤਮਾ ਨੂੰ ਜਪਦੇ ਨੇ। ਤੇ ਉਹ ਪ੍ਰਮਾਤਮਾ ਕੌਣ ਹੈ? ਆਪ ਨਰਾਇਣ ਕਲਾਧਾਰ, ਜਗ ਮਹਿ ਪਰਵਰਿਓ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ। ਫਿਰ ਇਹ ਪੀੜੀ ਚੱਲਦੀ ਗਈ ਹੈ। ਫਿਰ ਗੁਰੂ ਅੰਗਦ ਬਣ ਜਾਣ, ਗੁਰੂ ਅਮਰਦਾਸ ਬਣ ਜਾਣ। ਅੱਜ ਗੁਰੂ ਤੇਗ ਬਹਾਦਰ ਸਾਹਿਬ ਬਣੇ ਨੇ ਤੇ ਉਹਦੇ ਨਿਰਗੁਣ ਸਰੂਪ ਨੂੰ ਤੇ ਸ਼ਿਵ ਜੀ ਬ੍ਰਹਮਾ ਵਿਸ਼ਨ ਵੀ ਜਪਦੇ ਨੇ। ਅੱਜ ਸਰਗੁਣ ਧਰਤੀ ਤੇ ਹੈ ਤੇ ਅੱਜ ਸਰਗੁਣ ਦਾ ਚੇਤਾ ਆਇਆ ਸ਼ਿਵ ਜੀ ਨੂੰ ਤੇ ਚਿੱਠੀ ਲਿਖ ਦਿੱਤੀ ਹੈ ਬ੍ਰਾਹਮਣਾਂ ਨੂੰ। ਔਰ ਇਹ ਮੰਨਣਾ ਪਵੇਗਾ। ਅਗਰ ਆਪਾਂ ਆਖੀਏ ਸਾਖੀ ਠੀਕ ਨਹੀਂ ਹੈ ਤੇ ਮੈਂ ਕਈ ਵਾਰ ਸੋਚਦਾ ਫਿਰ 33 ਕਰੋੜ ਦੇਵਤਾ ਤੇ ਜਨੇਊ ਰੱਖ ਨਾ ਸਕਿਆ। ਹੋਰ ਤੇ ਕਿਸੇ ਨੇ ਜਨੇਊ ਰੱਖਿਆ ਨਾ, ਜਿਹਨੇ ਰੱਖਿਆ ਹੈ ਫਿਰ ਉਹਦਾ ਜ਼ਿਕਰ ਤੇ ਇਤਿਹਾਸ ਵਿੱਚ ਆਵੇਗਾ ਵੀ ਉਹਦੇ ਚਰਨੀ ਡਿੱਗੇ ਨੇ, ਸਾਰੇ ਡਿੱਗੇ ਨੇ। ਤੇ ਮੈਨੂੰ ਕਈ ਵਾਰ ਹਾਸਾ ਵੀ ਆਉਂਦਾ। ਇੱਕ ਸ਼ਬਦ ਹੈ ਦਸਮ ਬਾਣੀ ਵਿੱਚ, ਦੇਹ ਸੇਵਾ ਬਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬ ਤੂੰ ਨਾ ਡਰ। ਇੱਥੇ ਅਰਥ ਕੀ ਕਰ ਦਿੰਦੇ ਨੇ ਕਈ ਸ਼ਰਾਰਤ ਨਾਲ ਵੀ ਇੱਥੇ ਸ਼ਿਵ ਜੀ ਨੂੰ ਆਖਿਆ ਕਲਗੀਧਰ ਨੇ ਵਰ ਦਿਓ। ਤੇ ਮੈਂ ਬਾਣੀ ਨੂੰ ਪੁੱਛਿਆ ਵੀ ਸ਼ਿਵ ਦਾ ਮਤਲਬ ਕੀ ਹੈ? ਕੀ ਸ਼ਿਵ ਜੀ ਨੂੰ ਗੁਰੂ ਨਾਨਕ ਦੀ ਜੋਤ ਆਖੇਗੀ ਵਰ ਦਿਓ? ਗੁਰੂ ਗ੍ਰੰਥ ਸਾਹਿਬ ਕਹਿੰਦੇ ਬਿਲਕੁਲ ਨਹੀਂ। ਸਿਮਰਹਿ, ਫਿਰ ਪੜਿਓ, ਸਿਮਰਹਿ ਬ੍ਰਹਮੈ ਵਿਸ਼ਨ ਮਹੇਸ਼ਾ।
ਇਹ ਤੇ ਉਸ ਪਰਮਾਤਮਾ ਨੂੰ, ਉਹਦੇ ਨਿਰਗੁਣ ਸਰੂਪ ਨੂੰ ਸਿਮਰਦੇ ਨੇ, ਤੇ ਉਹ ਪਰਮਾਤਮਾ ਦਾ ਸਰਗੁਣ ਸਰੂਪ ਇਹਨੂੰ ਕਿਉਂ ਆਖੇਗਾ ਸ਼ਿਵ ਜੀ ਨੂੰ ਵੀ ਮੈਨੂੰ ਵਰ ਦਿਓ? ਅੱਛਾ, ਹੁਣ ਸ਼ਿਵ ਦਾ ਅਰਥ ਕੀ ਹੈ? ਸਿਵਾ ਦਾ ਅਰਥ ਕੀ ਹੈ? ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ। ਦਸਮ ਬਾਣੀ ਚੋਂ ਤੇ ਕੱਲ ਨੂੰ ਕੋਈ ਤਰਕਵਾਦੀ ਆਖੇਗਾ ਦੇ ਸਿਵਾ ਬਰ ਮੋਹੇ ਸ਼ਬਦ ਕੱਢ ਦਿਓ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਆਵੇਗਾ ਤੇ ਕੀ ਕਰੋਗੇ? ਉਹ ਵੀ ਕੱਢ ਦਿਓਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਖਤ ਅਧੇਰ ਜੇਵੜੀ ਭ੍ਰਮ ਚੂਕਾ। ਸਖਤ ਅਧੇਰ ਜੇਵੜੀ ਭ੍ਰਮ ਚੂਕਾ, ਨਿਹਚਲ ਸਿਵ ਕਰ ਵਾਸਾ। ਸਿਵ ਘਰ ਪਰਮਾਤਮਾ ਦਾ ਘਰ। ਜਿਨ੍ਹਾਂ ਲੋਕਾਂ ਨੇ ਮੋਹ ਮਾਇਆ ਦੇ ਜਾਲ ਤੋੜ ਦਿੱਤੇ, ਸਿਵ ਘਰ ਵਾਸਾ ਉਹਨਾਂ ਦਾ, ਰੱਬ ਦੇ ਘਰ ਵਿੱਚ ਵਾਸਾ ਉਹਨਾਂ ਦਾ, ਸੱਚਖੰਡ ਵਾਸਾ ਉਹਨਾਂ ਦਾ। ਇੱਥੇ ਸ਼ਿਵ ਜੀ ਮਤਲਬ ਨਹੀਂ ਹੈ। ਤੇ ਸ਼ਰਾਰਤ ਕੀ ਕੀਤੀ? ਉਹ ਦਸਮ ਦਾ ਟੀਕਾ ਕਰਨ ਵਾਲਾ ਇੱਕ ਪ੍ਰੋਫੈਸਰ ਹੈ, ਉਹਨੇ ਜਦੋਂ ਅਰਥ ਕਰਨੇ ਸੀ ਨਾ, ਦੇਹ ਸਿਵਾ ਬਰ ਮੋਹੇ ਇਹ ਹੈ, ਤੇ ਥੱਲੇ ਅਰਥ ਕਰਦਿਆਂ ਲਿਖ ਦਿੱਤਾ ਹੇ ਸ਼ਿਵ। ਸੱਸੇ ਦੇ ਪੈਰ 'ਚ ਬਿੰਦੀ ਪਾ ਕੇ ਸ਼ਰਾਰਤ ਕੀਤੀ ਹੈ ਤੁਹਾਡੇ ਨਾਲ। ਤੇ ਜੇ ਸਿਵਾ ਸ਼ਿਵ ਜੀ ਨੂੰ ਕਿਹਾ ਹੈ, ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਵਾਰ ਆਉਂਦਾ ਹੈ। ਦੇਖੋ, ਕਈ ਵਾਰ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦਾ ਅਰਥ ਇੱਕ ਜਗ੍ਹਾ ਹੋਰ ਹੁੰਦਾ ਤੇ ਦੂਜੀ ਜਗ੍ਹਾ ਹੋਰ ਹੁੰਦਾ। ਜਿਵੇਂ ਇੱਕ ਲਫ਼ਜ਼ ਆਉਂਦਾ ਹੈ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਕਿਹਦੇ ਲਈ ਹੈ? ਰਾਮ ਜੋ ਰਮਿਆ ਹੋਇਆ ਪਰਮਾਤਮਾ ਹੈ। ਕਿਉਂਕਿ ਰਾਮਚੰਦਰ ਬਾਰੇ ਜ਼ਿਕਰ ਨਹੀਂ ਹੈ। ਰਾਮਚੰਦਰ ਜੀ ਸਰੀਰ ਕਰਕੇ ਚਲੇ ਗਏ ਨੇ। ਤੇ ਸਭੈ ਘਟ ਰਾਮ ਬੋਲੇ, ਉਹ ਤੇ ਅੱਜ ਵੀ ਬੋਲ ਰਿਹਾ ਸਾਡੇ। ਅੱਜ ਜੋ ਮੈਂ ਬੋਲਦਾ, ਤੁਸੀਂ ਬੋਲਦਾ, ਇਹ ਰਾਮ ਹੀ ਵਿੱਚੋਂ ਬੋਲਦਾ ਹੈ। ਜੇ ਰਾਮ ਨਾ ਹੋਵੇ ਤੇ ਦੀਵਾ ਬੁਝ ਗਿਆ, ਘਿਓ ਮੁੱਕ ਗਿਆ ਤੇ ਬੱਤੀ ਬੁਝ ਗਈ। ਇੱਕ ਬੰਨੇ ਉਹੀ ਰਾਮ ਲਫ਼ਜ਼ ਆ ਰਿਹਾ ਹੈ, ਰਾਮ ਗਇਓ, ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਇੱਥੇ ਰਾਮਚੰਦਰ ਜੀ ਲਈ। ਇੱਦਾਂ ਹੀ ਭਾਈ ਜੀ ਸਿੱਖਾਂ ਦੇ ਲਈ ਸਿਵਾ ਲਫ਼ਜ਼ ਪਰਮਾਤਮਾ ਲਈ ਆਉਂਦਾ, ਤੇ ਹਿੰਦੂ ਵੀਰ ਭਾਵੇਂ ਸ਼ਿਵ ਜੀ ਵਰਤੀ ਜਾਣ, ਸਾਨੂੰ ਮਤਲਬ ਨਹੀਂ ਹੈ। ਜਿਵੇਂ ਹਿੰਦੂ ਵੀਰਾਂ ਲਈ ਰਾਮ ਲਫ਼ਜ਼ ਰਾਮਚੰਦਰ ਲਈ ਹੈ, ਤੇ ਸਾਡੇ ਲਈ ਰਾਮ ਲਫ਼ਜ਼ ਉਸ ਨਾਨਕ ਨਿਰੰਕਾਰੀ ਦੀ ਅਕਾਲੀ ਜੋਤ ਪਰਮਾਤਮਾ ਲਈ ਆਉਂਦਾ ਹੈ। ਸੋ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਵੀ ਸ਼ਬਦ ਕਿਵੇਂ ਆਇਆ ਹੈ। ਅਗਰ ਕਲਗੀਧਰ ਪਾਤਸ਼ਾਹ ਸ਼ਿਵ ਜੀ ਤੋਂ ਵਰ ਮੰਗਦੇ ਨੇ, ਤੇ ਅਗਲਾ ਸ਼ਬਦ ਸੁਣਿਓ, ਏਕ ਸ਼ਿਵ ਭਏ, ਏਕ ਸ਼ਿਵ ਭਏ, ਏਕ ਗਏ ਏਕ ਫਿਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਹਿੰਦੇ ਨਾ ਕ੍ਰਿਸ਼ਨ ਜੀ, ਰਾਮ ਜੀ, ਸ਼ਿਵ ਜੀ ਕਈ ਵਾਰ ਦੁਨੀਆ ਤੇ ਆਏ ਚਲੇ ਗਏ। ਮੈਂ ਕਿਸੇ ਦੀ ਪੂਜਾ ਨਹੀਂ ਕਰਦਾ, ਮੈਂ ਜਿਸ ਦੀ ਪੂਜਾ ਕਰਦਾ ਹਾਂ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ। ਉਹ ਨਾ ਮਰਦਾ ਹੈ ਨਾ ਜੰਮਦਾ ਹੈ। ਇਸ ਕਰਕੇ ਤਰਕ ਦੇ ਜਾਲ ਤੋਂ ਦੂਰ ਰਹਿਣਾ ਹੈ। ਇੱਥੇ ਸ਼ਿਵ ਜੀ ਵੀ ਇਹਦੇ ਚਰਨਾਂ ਵਿੱਚ ਆਉਂਦਾ ਹੈ। ਰਾਮ ਰਮੇ ਹੋਏ ਪਰਮਾਤਮਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਝੁਕਣਾ ਹੀ ਪੈਂਦਾ ਹੈ ਹਰ ਇੱਕ ਨੂੰ। ਅੱਜ ਬ੍ਰਾਹਮਣ ਚਿੱਠੀ ਲੈ ਕੇ ਆ ਗਏ ਨੇ, ਦਰਬਾਰ ਸਜਿਆ ਹੈ, ਉੱਥੇ ਬੈਠਾ ਹੈ ਬਾਪੂ ਤੇਗ ਬਹਾਦਰ ਪਾਤਸ਼ਾਹ, ਜਿੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਨੇ। ਪੰਡਤ ਚਰਨਾਂ ਵਿੱਚ ਨੇ। ਮੰਗਣ ਵਾਲਾ ਨੀਵਾਂ ਹੀ ਹੁੰਦਾ, ਧਿਆਨ ਦਿਓ। ਉਹ ਨੀਵੇਂ ਆ ਨਾ, ਆਪਾਂ ਜਦੋਂ ਮੱਥਾ ਟੇਕਦੇ ਹਾਂ ਤੇ ਬਾਪੂ ਉੱਚਾ ਹੈ। ਦਾਤਾ ਉੱਚਾ ਹੀ ਹੁੰਦਾ, ਕਿਉਂਕਿ ਝੋਲੀ ਥੱਲਿਓਂ ਨਹੀਂ ਭਰੀ ਜਾਂਦੀ, ਉੱਤੋਂ ਭਰੀ ਦੀ। ਇਸੇ ਕਰਕੇ ਦਾਸ ਬੇਨਤੀ ਕਰੇ ਵੀ ਇੱਥੇ ਨੀਵੇਂ ਬੈਠਿਆ ਕਰੋ, ਨੀਵੇਂ ਹੋ ਕੇ। ਜੇ ਝੋਲੀ ਭਰਾਉਣੀ ਹੈ ਨੀਵੇਂ ਬਹਿਣਾ ਪੈਣਾ, ਜੇ ਬਰਾਬਰ ਬਹੋਗੇ ਫਿਰ ਝੋਲੀ 'ਚ ਕੁਝ ਨਹੀਂ ਪਾਵੇਗਾ। ਯਤਨ ਕਰਿਆ ਕਰੀਏ, ਨੀਵੇਂ ਬੈਠਿਆ ਕਰੀਏ। ਚਰਨਾਂ ਵਿੱਚ ਝੁਕ ਗਏ ਨੇ, ਤੇ ਚਰਨਾਂ ਵਿੱਚ ਝੁਕ ਕੇ ਤਰਲਾ ਲਿਆ ਹੈ। ਔਰ ਕੇਵਲ ਇਹ ਹੀ ਨਹੀਂ, ਤਰਲਾ ਕਿਉਂ ਲਿਆ ਹੈ ਵੀ ਇਸ ਜਨੇਊ ਨੂੰ, ਤਿਲਕ ਨੂੰ, ਸਨਾਤਨ ਹਿੰਦੂ ਧਰਮ ਨੂੰ ਹਰਿਆਂ ਭਰਿਆਂ ਤੂੰ ਰੱਖ ਸਕਦਾ ਹੈ, ਨਹੀਂ ਤੇ ਸੜ ਸੁੱਕ ਚੱਲਿਆ ਹੈ। ਔਰ ਇਹ ਠੀਕ ਹੈ। ਭਾਈ ਨੰਦ ਲਾਲ ਕਹਿੰਦੇ ਤੂੰ ਫੈਲਸ਼ ਦੋ ਆਲਮ, ਤੂੰ ਫੈਲਸ਼ ਦੋ ਆਲਮ ਬਵਦ ਕਾਮਯਾਬ। ਲੋਕ ਤੇ ਪਰਲੋਕ ਵਿੱਚ ਅਗਰ ਕਾਮਯਾਬੀ ਚਾਹੀਦੀ ਹੈ, ਅਗਰ ਹਰਿਆਂ ਭਰਿਆਂ ਰਹਿਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਆ ਕੇ ਬਹਿ ਜਾਇਆ ਕਰ। ਇੱਥੇ ਆ ਕੇ ਬਹਿ ਜਾਇਆ ਕਰ। ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਬੈਠ ਕੇ ਤਰਲਾ ਲਿਆ। ਕਹਿੰਦੇ ਪਾਤਸ਼ਾਹ ਤੂੰ ਬਲੀ ਕਹਿਰ ਹੈ, ਬਲੀ ਸ਼ੇਰ ਹੈ, ਤੇ ਸ਼ੇਰ ਜੰਗਲ ਦਾ ਰਾਜਾ ਹੈ, ਕਾਇਨਾਤ ਦਾ
ਤੇ ਪਾਲਨ ਸਰਨ ਸਿੰਘ। ਜੰਗਲ ਵਿੱਚ ਰਹਿਣਾ ਹੈ ਤੇ ਸ਼ੇਰ ਦੀ ਗੁਲਾਮੀ ਕਬੂਲਣੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਝੁਕ ਗਏ ਔਰ ਇੱਕ ਲਫ਼ਜ਼ ਕਿਹਾ ਜੋ ਹਿੰਦੂ ਵੀਰਾਂ ਨੂੰ ਭੁੱਲਣਾ ਨਹੀਂ ਚਾਹੀਦਾ, ਰਾਖੋ ਅਬ ਹਿੰਦਨ ਕੀ ਟੇਕ। ਰਾਖੋ ਅਬ ਹਿੰਦਨ ਕੀ ਟੇਕ, ਨਾਹਿਨ ਜਗ ਮਹਿ ਰਹੇ ਨਾ ਏਕ। ਹੇ ਗੁਰੂ ਤੇਗ ਬਹਾਦਰ ਸਾਹਿਬ, ਕਵੀ ਸੰਤੋਖ ਸਿੰਘ ਲਿਖਦੇ ਨੇ, ਸਨਾਤਨ ਮਤ ਦੇ ਆਗੂਆਂ ਨੇ ਅੱਜ ਬਾਹਾਂ ਖੜੀਆਂ ਕਰ ਦਿੱਤੀਆਂ, ਸਾਡਾ ਕੋਈ ਰਖਵਾਲਾ ਨਹੀਂ ਰਿਹਾ। ਗੁਰੂ ਤੇਗ ਬਹਾਦਰ ਸਾਹਿਬ, ਅਗਰ ਤੁਸੀਂ ਰੱਖੋਗੇ ਤੇ ਹਿੰਦੂ ਰਹੇਗਾ, ਨਹੀਂ ਤੇ ਦੁਨੀਆ ਤੋਂ ਅਰੂਹੇ ਜ਼ਮੀਨ ਤੋਂ ਹਿੰਦੂ ਧਰਮ ਦਾ ਨਕਸ਼ਾ ਮਿਟ ਜਾਵੇਗਾ। ਏਡਾ ਅਹਿਸਾਨ ਹੈ ਇਹਨਾਂ ਲੋਕਾਂ ਤੇ, ਮੰਨੇ ਕੋਈ ਨਾ ਮੰਨੇ। ਤਰਲਾ ਲਿਆ ਗਿਆ ਹੈ। ਦੀਨ ਦੁਨੀਆ ਦੇ ਮਾਲਕ ਨੇ ਇੱਕ ਵਿਉਂਤ ਦੇ ਦਿੱਤੀ ਹੈ, ਵਿਉਂਤ ਦੱਸ ਦਿੱਤੀ ਹੈ। ਜਾਓ, ਕਹਿੰਦੇ ਜਾ ਕੇ ਔਰੰਗਜ਼ੇਬ ਨੂੰ ਇੱਕ ਗੱਲ ਕਹਿ ਦਿਓ ਵੀ ਸਾਡਾ ਆਗੂ, ਸਾਡੇ ਸਿਰ ਦਾ ਸਾਈਂ ਛਤਰੀ ਸਿਰਮੌਰ ਗੁਰੂ ਤੇਗ ਬਹਾਦਰ ਪਾਤਸ਼ਾਹ ਹੈ ਔਰ ਸਾਡਾ ਇਸ਼ਟ ਦੇਵ ਸਾਡੇ ਸਿਰ ਦਾ ਮਾਲਕ ਹੈ। ਕੁੱਲ ਭਾਰਤ ਵਰਸ਼ ਦੇ ਲੋਕ ਗੁਰੂ ਪਾਤਸ਼ਾਹ ਦਾ ਅਦਬ ਕਰਦੇ ਨੇ, ਆਗੂ ਹੈ ਸਾਡਾ। ਅਗਰ ਉਹ ਕਲਮਾ ਪੜ੍ਹ ਲਵੇ, ਅਗਰ ਉਹ ਝੁਕ ਜਾਵੇ, ਅਗਰ ਉਹ 5 ਵਕਤ ਦਾ ਨਮਾਜ਼ੀ ਬਣ ਜਾਵੇ ਤੇ ਤੈਨੂੰ ਕੱਲਾ ਕੱਲਾ ਜਨੇਊ ਲਾਉਣ ਦੀ ਲੋੜ ਨਹੀਂ ਹੈ। ਸਾਰਾ ਭਾਰਤ ਵਰਸ਼ ਹੀ ਉਹਦੇ ਪਿੱਛੇ ਜਨੇਊ ਲਾ ਕੇ ਸੁੱਟ ਦੇਵੇਗਾ। ਉਹ ਸਿੱਖਾਂ ਦਾ ਗੁਰੂ, ਉਹ ਜਗਤ ਗੁਰੂ ਅਗਲ ਇਸਲਾਮ ਕਬੂਲ ਕਰ ਲਵੇ ਤੇ ਸਿੱਖ ਵੀ ਤੇ ਹਿੰਦੂ ਵੀ ਨਾਲ ਹੀ ਚੱਲ ਪੈਣਗੇ। ਤੇ ਜੇ ਗੁਰੂ ਨੇ ਸਿਰੜ ਨਾ ਛੱਡਿਆ, ਸਿਰ ਨਾ ਝੁਕਾਇਆ, ਸਿਰ ਲਵਾ ਲਿਆ ਤੇ ਔਰੰਗਜ਼ੇਬ, ਇਹ ਤੂੰ ਕਸਮ ਖਾ ਲੈ ਕੁਰਾਨ ਦੀ ਵੀ ਅੱਜ ਤੋਂ ਬਾਅਦ ਜਨੇਊ ਵੱਲ ਤੂੰ ਉੱਚੀ ਅੱਖ ਚੁੱਕ ਕੇ ਨਹੀਂ ਵੇਖੇਗਾ। ਤੇ ਤੁਹਾਨੂੰ ਪਤਾ ਹੈ ਰੱਬ ਝੁਕਦਾ ਨਹੀਂ ਹੈ, ਰੱਬ ਝੁਕ ਨਹੀਂ ਸਕਦਾ, ਨਾ ਕਦੇ ਰੱਬ ਝੁਕਿਆ ਹੀ ਹੈ। ਜਾ ਕੇ ਸੁਨੇਹਾ ਦੇ ਦਿੱਤਾ ਗਿਆ ਹੈ, ਕਹਿੰਦੇ ਨੇ 3 ਛਤਰਨ ਵਿਖੇ ਸਮ ਚਾਦਰ, ਸਭਨ ਭੜੇ ਗੁਰੂ ਤੇਗ ਬਹਾਦਰ। ਭਾਰਤ ਵਰਸ਼ ਦੀ ਚਾਦਰ ਗੁਰੂ ਤੇਗ ਬਹਾਦਰ ਹੈ। ਚਾਦਰ ਲੈ ਜਾਵੇ ਤੇ ਸਭ ਕੁਝ ਗਿਆ। ਚਾਦਰ ਤੇਰੇ ਅੱਗੇ ਝੁਕ ਗਈ ਤੇ ਭਾਰਤ ਵਰਸ਼ ਤੇਰੇ ਅੱਗੇ ਝੁਕ ਗਿਆ। ਤੇ ਜਾ ਗੁਰੂ ਤੇਗ ਬਹਾਦਰ ਸਾਹਿਬ ਈਨ ਮੰਨ ਲੈਣ ਤੇ ਠੀਕ ਹੈ, ਸਾਰਾ ਭਾਰਤ ਵਰਸ਼ ਈਨ ਮੰਨ ਲਵੇਗਾ। ਅੱਜ ਤਿਆਰੀ ਹੋ ਗਈ ਹੈ, ਅੱਜ ਤਿਆਰੀ ਹੋ ਗਈ ਹੈ ਸੀਸ ਵਾਰਨੇ ਦੀ। ਤੇ ਸੀਸ ਵਾਰਨ ਲੱਗਿਆਂ ਜਦੋਂ ਪਾਤਸ਼ਾਹ ਚੱਲੇ ਨੇ ਨਾ, ਗੋਬਿੰਦ ਰਾਏ ਜੀ ਨੂੰ ਗੱਲ ਨਾਲ ਲਾ ਲਿਆ। ਮਾਤਾ ਗੁਜਰੀ ਜੀ ਨੇ ਚਰਨ ਬੰਦਨਾ ਕੀਤੀ ਹੈ ਔਰ ਪਾਤਸ਼ਾਹ ਨੇ ਇੱਥੋਂ ਚਾਲੇ ਪਾ ਦਿੱਤੇ ਨੇ। ਤੇ ਦਾਸ ਇਹ ਜ਼ਿਕਰ ਕਰਦਾ ਹੁੰਦਾ ਵੀ ਮਾਂ ਗੁਜਰੀ, ਗੋਬਿੰਦ ਰਾਏ ਪਾਤਸ਼ਾਹ, ਅਗਰ ਸਿੱਖ ਜਗਤ ਦੇ ਅੰਦਰ ਇਹ ਬੱਚੀਆਂ ਬੀਬੀਆਂ ਸੁਹਾਗਣਾ ਭਾਗਣਾ ਨੇ ਤੇ ਇਹ ਭਾਰਤ ਵਰਸ਼ ਦੇ ਅੰਦਰ ਅਗਰ ਸਨਾਤਨ ਹਿੰਦੂ ਧਰਮ ਵਿੱਚ ਬੱਚੀਆਂ ਸੁਹਾਗਣਾ ਭਾਗਣਾ ਨੇ ਤੇ ਇਹ ਮਾਂ ਗੁਜਰੀ ਦੀ ਬਦੌਲਤ ਹੈ। ਅਗਰ ਤੁਹਾਡੇ ਘਰਾਂ 'ਚ ਚਿਰਾਗ ਬਲਦੇ ਨੇ, ਇਹ ਕਲਗੀਧਰ ਪਾਤਸ਼ਾਹ ਨੇ ਜੇ ਘਰ ਦੇ 4 ਚਿਰਾਗ ਬੁਝਾ ਕੇ ਉਹਨਾਂ ਦਾ ਤੇਲ ਇਹਨਾਂ ਚਿਰਾਗਾਂ ਵਿੱਚ ਨਾ ਪਾਇਆ ਹੁੰਦਾ ਤੇ ਇਹ ਕਦੇ ਵੀ ਬਲਦੇ ਨਾ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਨਾ ਵਾਰਿਆ ਹੁੰਦਾ, ਆਪ ਤੇ ਯਤੀਮ ਹੋ ਗਏ, ਅਗਰ ਉਹ ਯਤੀਮ ਨਾ ਹੁੰਦੇ ਤੇ ਤੁਸੀਂ ਲੱਖਾਂ ਇੱਥੇ ਯਤੀਮ ਹੋ ਜਾਣਾ ਸੀ। ਇਹ ਉਹਦੀ ਦੇਣ। ਚੱਲੇ ਨੇ ਪਾਤਸ਼ਾਹ, ਚੱਲੇ ਨੇ ਪਾਤਸ਼ਾਹ, ਆਗਰੇ ਤੋਂ ਗ੍ਰਿਫਤਾਰੀ ਹੋ ਗਈ ਹੈ। ਇੱਕ ਕਿਲਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਕੈਦ ਕੀਤੇ ਜਾਣਗੇ, ਧਿਆਨ ਦਿਓ। ਦਿੱਲੀ ਦਾ ਨਿਜ਼ਾਮ ਸੈਫੁਦੀਨ ਹੈ, ਉਸ ਸਮੇਂ ਸੈਫੁਦੀਨ ਹੈ, ਮੁਤਫਲਕ ਖਾਨ ਉਸ ਸਮੇਂ ਕਿਲੇਦਾਰ ਹੈ, ਔਰ ਵਹਾਬਦੀਨ
उस समय काजी है। गुरु पातशाह नूं कैद किया गया है तो वो जगह जिहड़ी है उसका नाम है भूतां वाली हवेली। कवि संतोख सिंह उहदे बारे लिखते हैं, सलीमगढ़ किला सी उहदे नेड़े एक भूतां वाली हवेली है, कहंदे जी भूत रहिंदे उत्थे। ते मैं कई बार सोचदा ना भी भूत भूतां नूं ही सताउंदे ने, महापुरुषां नूं नहीं सताउंदे। बाणी दा फरमान है, बाणी कह रही है भी सब गुप्त प्रगट रूहां हुंदियां ने, इस कोई दो राय नहीं है। सूक्ष्म ते स्थूल दुनिया मौजूद है, कुछ दिख रहा है अखां नाल, कुछ नहीं दिखेगा, मौजूद दोवें ने। अच्छा ये है, कई कोट भूत प्रेत सूकर मृगाच करोड़ां ने। ये तंग किहनूं करदे ने? जिहदा जीवन भूतां वाला है, जिहदे कोल चौगिरद हमारे राम कर दुख लगे ना भाई, जिहदे कोल नितनेम है जपजी जाप सवैये चौपी आनंद है, उन्होंने भूत प्रेत ने की कहना। जिहदे कोल नितनेम नहीं, बाणी नहीं, अभ्यास नहीं, उहदा जीवन भूतां वर्गा है, फिर भूत उन्होंने ही चिंबड़दे ने। यारां नाल यारी हुंदी है, साधां दे यार साध, ते चोरां दे यार चोर, ते ठगां दे यार ठग, ते भूतां दे यार भूत। ये तो सुभाਅ रल जाते हैं। आखिर जी भूतां वाली हवेली च कैद किया है, किया क्यों है? भी डर के हीन मन लैणगे। अच्छा एक दिन ऐसा आया भी वहाबदीन काजी ने सैफुद्दीन नूं पुछया है, कहंदे सैफुद्दीन मेरी गल सुन। निजाम नूं पुछया, हे निजाम सैफुद्दीन मेरी गल सुन, भी वो भूतां वाली हवेली विच जिहड़ा सिख जगत दा मालक गुरु तेग बहादुर कैद है, वो कंबिया नहीं, वो डरिया नहीं, वो कलमा पढ़न लई तैयार नहीं होया? ते सैफुद्दीन आखन लगा, गल सुन, ध्यान दे। उहदे वल जदों नज़र दौड़ाई दी है ना, मकाने जिंदा राह, एक फारसी दा आलम लिखदा, मकाने जिंदा राह गुलस्ताने तसव्वुर फरमूद, गुलस्ताने तसव्वुर फरमूद, मकाने जिंदा राह। तुहानू लगता है भूतां वाले मकान विच वो डोल गया होवे, कंब गया होवेगा? गुलस्ताने वो तो इउं टहल रहा है भूतां वाले मकान विच बेखौफ, जिवें कोई बड़े सुंदर बगीचे विच बादशाह सैर करदा होवे। उहदे चेहरे दा नूर नहीं घटिया, उहदे चेहरे दा वडप्पन नहीं घटिया, वलियाई नहीं घटी, वो खुशियां खेड़े ने, उहदे चेहरे दा आनंद ही वखरा है, उहनूं डर नहीं है किसी दा। अज फिर पिंजरे विच कैद कर दिता जाता। जदों उन्हें दसिया ना, उहदे ते असर कोई नहीं है, पिंजरे विच कैद किया गया। पिंजरा ऐसा है, कवि संतोख सिंह कहंदे भी उहदे च लेट नहीं सकते। हाँ बैठे ने ते घेरे घेरे छुरियां लगियां ने, भी जे ढो लाउण जां लेटन ते खुब जाण, छुरियां लगियां ने। दीन दुनिया दे मालक ने एक बचन दसम बाणी विच आख्या है, कीनो बड़ो कलू मह साका, तेग बहादुर सी किरिया करी ना किन्हुआन। एक ते इदों वड्डा शहीदी साका कोई नहीं है, दूसरा इस तो वड्डी कुर्बानी कोई नहीं है। ऐसा कर्म कोई पैगंबर रूहे जमीन ते नहीं कर सकिया। कारण की है? कारण की है? ध्यान दिओ। कहंदे कमाल दी गल है, पिंजरे विच बैठा है, किसी ने पूछया बाबा दुख नहीं हुंदा? ते पातशाह आखन लगे, ते थोड़े दिन ही होए, मैं ते इहो जे पिंजरे विच 26 वरे बंदगी कीती हुई है। ਉਹ मैं तो इन्हां पिंजरियां भोरियां विच चौंकड़े लाउण गिझा हाँ, मैनूं दुख नहीं है इन्हां दा, जो नर दुख मैं दुख नहीं माना। ਉਹਦੀ ਤੇ ਚਰਨਾਂ ਵਿੱਚ ਰਹਿਣ ਵਾਲੇ ਕੋਲ ਇਹ ਅਵਸਥਾ ਹੈ ਵੀ ਦੁੱਖ ਨਹੀਂ, ਉਹਨੂੰ ਕੋਈ ਸੁੱਖ ਨਹੀਂ, ਉਹਨੂੰ ਕੋਈ ਖੁਸ਼ੀਆਂ ਖੇੜੇ, ਕੋਈ ਗਮੀਆਂ, ਉਹਦੀ ਇੱਕ ਅਵਸਥਾ ਹੈ, ਆਨੰਦ ਦੀ ਅਵਸਥਾ ਹੈ। ਇਹ ਨਹੀਂ ਵੀ ਖੁਸ਼ੀਆਂ ਵਿੱਚ ਰੱਬ ਭੁੱਲ ਗਿਆ, ਤੇ ਜਦੋਂ ਦੁਖਿਆਰਾ ਹੈ ਰੱਬ ਚੇਤੇ ਹੈ ਵੀ ਦੁੱਖ ਕੱਟ ਦਵੇ, ਖੁਸ਼ੀਆਂ ਖੇੜੇ ਇੱਕ ਸਮਾਨ ਰਹਿੰਦਾ ਹੈ, ਰੱਬ ਨੂੰ ਹਾਜ਼ਰ ਨਾਜ਼ਰ ਸਮਝਦਾ ਹੈ। ਉਹ ਪਤਾ ਕੀ ਕਹਿੰਦੇ ਪਿੰਜਰੇ 'ਚ, ਯਹ
यह जान तो आनी जानी है। ये किहड़ी गल है, आउंदा जांदा रहिंदा। यह जान तो आनी जानी है, उन्होंने पिंजरे विच बैठे नूं वेख के, उन्होंने चांदनी चौंक विच बैठे नूं वेख के कवि कवि जन बड़े बड़े धुरंधर विद्वान उंगलां मूँह विच पा के कहंदे कमाल दी गल है। अज तक ये वेख्या भी मकतल दे विच जिथे कतल होना है, शहीदी होनी है, धू के जेड़े सिपाही ते जलाद ने दोषी नूं लियाउंदे ने, ये कैसा गुरु है, मकतल विच आप चौंकड़ा ला के बह गया भी तलवार लै आओ मेरे वाल। कहंदा जे जान तो आनी जानी है, इस जान की तो कोई बात नहीं, जिस धज से कोई मकतल हो गया, जिस धज से कोई मकतल में गया। मकतल जिस जगह ते कतल हुंदा है। आखण लगे जिस धज से कोई मकतल में गया, वो शान सलामत रहती है। जे जान तो आनी जानी है, इस जान की तो कोई बात। जान ते आउंदी जांदी है, मरना ते सारियां ने है, मंजे ते पै के असीं किहड़ा नहीं मरना। पर जेड़े मकतल विच आप बैठ के वो अमर हो गए, ते जेड़े साडे वांगू मंजिया ते जाणगे, उन्हां दे दिन कौन मना रहा है। मकतल विच बैठा है बापू। जे पंजवें गुरु वल जाओ ते चंदू कहंदा है, कह चाकर सो देग उबारी, पकड़ो देहो तिसी मैं डारी। देग उबाली चेलियां नूं कह के कहंदा फड़ के नूं बिठा दिओ उबलदी देग विच गुरु अर्जन साहिब नूं। ते गुरु अर्जन साहब पातशाह आखण लगे, मुशक्कत क्यों घालदा है, मैं देग विच आप ही बवांगा, मैं तती तवी ते आप ही बवांगा। एवें थोड़ी कहंदा है पहला मरण कबूल जीवन की छड़ आस। उन्हें आप इन्हां पंक्तियां ते पहरा दिता है, आप प्रैक्टिकल कीता इन्हां पंक्तियां दा। एवें वाधू बचन कर देने सौखे ने, निभना बड़ा औखा हुंदा। गुरु ने निभा के दिखाई है। ऐसा तती तवी ते बैठा है, ऐसी लड़ी चली है, फिर ते मकतल विच बैठण वाले सिख वाधे गए। अज गुरु तेग बहादुर साहब मकतल च बह गए, कल नूं इन्हां दे पोतरे बाबा जोरावर ते बाबा फतेह सिंह आप मकतल विच नीआं विच खलोणगे। फिर लखां कुर्बानियां ने, ये सिख जगत तो बिना होर किधरे नहीं होया। पिंजरे चों कढ़िया गया है, शहादत दा समा हो गया है, शहीदी दा समा आ गया है। ते दीन दुनिया दे मालक नूं आखण लगे, कोई आखिरी ख्वाहिश। साडियां बड़ियां ख्वाहिशां ने, पर काल ऐसा बली है, पूरी कोई नहीं होण दिंदा। नर चाहत कछ औरे की औरे भाई, चितवत रहो ठगौर। नानक फांसी बापू मरन लगा है, किते अज काल ना आउंदा ते आ मुंडे नूं कोठी पाती, हुण ऐदी रह गई, आ नौकरी ते लगना सी। बड़ियां गल्लां ने, बड़े सुपने ने तेरे, नहीं पूरे होण दिंदा काल। ते साधां नूं सुपना ही कोई नहीं है, ख्वाहिश है ही कोई नहीं है। ख्वाहिश की है तुहाडी, कहंदे साडी कादी ख्वाहिश है, बस अपने नानक निरंकारी नूं याद करना है। कहंदे ठीक है जी। जिथे अज सीस गंज है, उहदे थले छोटा खूह है, उथों जल कढ़ के इशनान किया गया। उत्थे बोड़ दा रुख सी, 1930 तक रहा, तो फिर जो बिल्डिंग बनी है सुक गया, जाड़ी रख ली गई। जपजी साहब पढ़ लिया है इशनान करके, नानक निरंकारी नूं चेते कर लिया है, और आपां पाठ पढ़ के फतेह बुलाउने हैं। ते जलाद नूं कह दिता सी भी जदों जपजी पढ़ के फतेह बुलावां, गुरु नानक दी शान विच सिर झुकावां, ते फिर फतेह बुला के जदों नूरानी चेहरा इस रूहे जमीन ते चमकदे सूरज वांगू दग दग करदा उपर उठावां, ते तू तलवार दे उत्ते अपना हस्त लै जाई, अपने इष्ट नूं याद करके तलवार चला दें, तो मैं अपने खसम गुरु नानक नूं याद करके शहादत दी अवधि लई तैयार हो जावांगा। उत्थे एक बचन लिखिया है विद्वान पुरुषां ने, कहंदे ठीक है मैं फकीरी विच हां, मैं हां तेग,
ਜਦੋਂ ਚਲਾਉਂਦੇ ਰਹੇ ਨੇ ਆਪਾਂ ਜਾਣਦੇ ਹਾਂ। ਇਹ ਠੀਕ ਹੈ, ਸਮੁੰਦਰ ਸ਼ਾਂਤ ਹੈ ਤੇ ਸ਼ਾਂਤ ਹੈ, ਤਸਾਮੀ ਆ ਜਾਵੇ ਤੇ ਪੱਲੇ ਕੱਖ ਨਹੀਂ ਛੱਡਦਾ। ਅੱਜ ਸ਼ਾਂਤ ਹੈ, ਅੱਜ ਸ਼ਾਂਤ ਹੈ, 10ਵੇਂ ਜਾਮੇ ਵਿੱਚ ਤਸਾਮੀ ਬਣ ਜਾਵੇਗਾ, ਫਿਰ 10 ਲੱਖ ਵੀ ਇਹਨੂੰ ਨਹੀਂ ਡੱਕ ਸਕਣਗੇ ਚਮਕੌਰ ਦੀ ਗੜੀ ਅੰਦਰ। ਅੱਜ ਸ਼ਾਂਤ ਹੈ, ਸਾਗਰ ਸ਼ਾਂਤ ਹੈ। ਸਾਗਰ ਪਹਿਲਾਂ ਸ਼ਾਂਤ ਹੀ ਹੁੰਦਾ, ਜ਼ਲਜ਼ਲਾ ਫਿਰ ਆਉਂਦਾ ਹੈ ਜਦੋਂ ਸਿਰੋਂ ਪਾਣੀ ਲੰਘ ਜਾਵੇ। ਸਮਝਾ ਦਿੱਤਾ ਗਿਆ ਇਸ ਰੂਹੇ ਜ਼ਮੀਨ ਤੇ ਹਰ ਇੱਕ ਸ਼ਖਸ ਨੂੰ ਵੀ ਹੁਣ ਨਿਮਰਤਾ ਨਾਲ ਗੱਲ ਨਹੀਂ ਚੱਲਣੀ, ਹੁਣ ਤਲਵਾਰ ਫੜਨੀ ਪੈਣੀ ਹੈ। ਹੁਣ ਸੰਤਗਿਰੀ ਨਾਲ ਗੱਲ ਨਹੀਂ ਚੱਲਣੀ, ਪੀਰੀ ਨਾਲ ਗੱਲ ਨਹੀਂ ਚੱਲਣੀ, ਹੁਣ ਤਲਵਾਰ ਫੜਨੀ ਪੈਣੀ ਹੈ। ਗੱਜ ਕੇ ਆਖਣ ਲੱਗੇ ਚਿਹਰੇ ਤੇ ਨੂਰ ਲੈ ਕੇ, ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ, ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਤੇਗ ਬਹਾਦਰ ਦਾ ਲਖ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਓ ਨੇ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। ਜਦੋਂ ਮੇਰੇ ਲਾਲ ਨੇ ਤੇਗ ਚੁੱਕੀ ਤੇ ਇਤਿਹਾਸ ਗਵਾਹ ਹੈ, ਜਦੋਂ ਜਲਾਦ ਦੀ ਤਲਵਾਰ ਚੱਲੀ ਬਾਪੂ ਸ਼ਹਾਦਤ ਦੀ ਅਵਧੀ ਪਾ ਗਿਆ। ਦੂਸਰੇ ਬੰਨੇ ਨੰਦਾਂ ਦੀ ਪੁਰੀ ਵਿੱਚ ਰੂਹੇ ਜ਼ਮੀਨ ਉੱਤੇ ਤਲਵਾਰ ਲੈ ਕੇ ਕਲਗੀਧਰ ਨੇ ਐਲਾਨ ਕਰ ਦਿੱਤਾ, ਚੁੰਕਾਰ ਅਜ਼ ਹਮਾਹੀਲ ਤੇ ਦਰਗੁਜਸ਼ਤ, ਹਾਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਫਕੀਰੀ ਗਈ, ਹੁਣ ਮਾਲਾ ਪਾਸੇ ਹੈ, ਹੁਣ ਨਿਮਰਤਾ ਪਾਸੇ ਹੈ, ਹੁਣ ਸ਼ੇਰਾਂ ਦੇ ਨਾਲ ਸ਼ੇਰ ਬਣ ਕੇ ਟੱਕਰਾਂਗੇ, ਕਿਉਂਕਿ ਸ਼ੇਰ ਜਿਹੜਾ ਹੈ ਗਊ ਦੇ ਉੱਤੇ ਵਾਰ ਕਰਨਾ ਨਹੀਂ ਛੱਡ ਰਿਹਾ। ਸ਼ੇਰ ਨਰਬਖਸ਼ੀ ਹੈ, ਪੰਜਾ ਮਾਰਨੋਂ ਨਹੀਂ ਹਟ ਰਿਹਾ, ਹੁਣ ਗਊਆਂ ਨੂੰ ਸ਼ੇਰ ਬਣਾਵਾਂਗਾ ਮੈਂ। ਔਰ ਐਲਾਨ ਕਰ ਦਿੱਤਾ, ਉਠੋ ਧਰਮ ਵੀਰੋ ਜ਼ਰਾ ਆਂਖ ਖੋਲੋ, ਗਫਲਤ ਦੀ ਨੀਂਦੇ ਸੁੱਤਿਓ ਉਠੋ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੇ ਅੰਦਰ ਹਰ ਇੱਕ ਸਿੱਖ ਦੇ, ਹਰ ਇੱਕ ਹਿੰਦੂ ਦੇ ਜ਼ਲਜ਼ਲਾ ਪੈਦਾ ਕਰ ਦਿੱਤਾ, ਇੱਕ ਅੰਗਾਰ ਪੈਦਾ ਹੋਏ। ਕਲਗੀਧਰ ਨੇ ਵੇਖਿਆ ਲੋਹਾ ਗਰਮ ਹੈ, ਕਹਿੰਦੇ ਇਸ ਅੰਗਾਰ ਨੂੰ ਅੱਖਾਂ ਥਾਣੀ ਵੈਰਾਗ ਦਾ ਰੂਪ ਬਣਾ ਕੇ ਵਹਾਉਣਾ ਵਿਅਰਥ ਹੈ, ਇਸ ਅੱਖਾਂ ਰਾਹੀਂ ਵਹਿੰਦੇ ਵੈਰਾਗ ਨੂੰ ਅੰਦਰ ਸਾਂਭ ਲਓ, ਇਸ ਅੰਗਿਆਰ ਦੇ ਬਲ ਤੇ ਦਿੱਲੀ ਸਲਤਨਤ ਦਾ ਤਖਤ ਮੈਂ ਸਾੜ ਕੇ ਸਵਾਹ ਕਰ ਦਵਾਂਗਾ ਇੱਕ ਦਿਨ। ਖੰਡੇ ਦੀ ਪੌਲ ਫਿਰ ਬਖਸ਼ੀ ਗਈ ਹੈ, ਫਕੀਰਾਂ ਤੋਂ ਸ਼ੇਰ ਬਣਾ ਦਿੱਤੇ ਗਏ, ਸਿੱਖ ਤੋਂ ਸਿੰਘ ਬਣਾ ਦਿੱਤੇ ਗਏ। ਔਰ ਯਾਦ ਰੱਖਿਓ, ਇਸ ਸ਼ਹਾਦਤ ਵਾਲੇ ਦਿਨ ਹਜ਼ਾਰਾਂ ਦੇ ਗਿਣਤੀ ਵਾਲੇ ਦਿੱਲੀ ਸ਼ਹਿਰ ਵਿੱਚ, ਜਿੱਥੇ ਸਿੱਖ ਵੀ ਬੜੀ ਗਿਣਤੀ ਵਿੱਚ ਨੇ, ਇੱਕ ਮਰਦੀ ਹੈ ਜਿਹੜਾ ਬਾਬਾ ਜੈਤਾ ਬਣ ਕੇ ਆਪਣੇ ਬਾਪੂ ਦਾ ਸੀਸ ਲੈ ਕੇ ਨੰਦਾਂ ਦੀ ਪੁਰੀ ਗਿਆ। ਸੀਨੇ ਨਾਲ ਲਾ ਕੇ ਗੁਰੂ ਕਲਗੀਧਰ ਨੇ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਦੂਸਰੇ ਬੰਨੇ ਸ਼ਾਹੂਕਾਰ ਔਰੰਗਜ਼ੇਬ ਦੇ ਕਿਲੇ ਵਿੱਚ ਰਸਤਾਂ ਬਸਤਾਂ ਲੈ ਕੇ ਜਾਂਦਾ ਸੀ, ਗੱਡੇ ਤੇ ਚੁੱਕ ਕੇ ਪਾਤਸ਼ਾਹ ਦਾ ਧੜ ਲੈ ਆਇਆ। ਮੁਬਾਰਕ ਧੜ ਦਾ ਸੰਸਕਾਰ, ਇੱਥੇ ਮਹਿਲ ਸੀ ਉਹਦਾ, ਕੋਈ ਝੌਂਪੜੀ ਨਹੀਂ ਸੀ ਵੀ ਝੌਂਪੜੀ ਹੋਵੇ ਬਾਬੇ ਲੱਖੀ ਸ਼ਾਹ ਦੀ ਤੇ ਅੱਗ ਲਾ ਦਿੱਤੀ। ਜਿਸ ਜਗ੍ਹਾ ਬੈਠੇ ਹੋ, ਇਹ ਜਿਹੜੀ ਜਗ੍ਹਾ ਹੈ, ਇੱਥੇ ਵੱਡਾ ਮਹਿਲ ਸੀ ਬਾਬੇ ਲੱਖੀ ਸ਼ਾਹ ਦਾ, ਕਿਤੇ ਸ਼ੱਕ ਨਾ ਪੈ ਜਾਵੇ ਹਕੂਮਤਾਂ ਨੂੰ। ਬਾਪੂ ਦਾ ਧੜ ਰੱਖ ਕੇ ਉਮਰਾਂ ਬੱਧੀ ਕੀਤੀ ਹੋਈ ਕਮਾਈ, ਬਾਣੀ ਕਹਿੰਦੀ ਹੈ ਨਾ, ਤਨ ਮਨ ਧਨ ਸਭ ਸੌਂਪ, ਗੁਰ ਕੋ ਜਿੰਨਾ ਧਨ ਕਮਾਇਆ ਹੈ ਮਨ ਕਰਕੇ ਕੁਰਬਾਨੀ ਦਾ ਨਿਸ਼ਚਾ ਕਰਕੇ ਬਾਪੂ ਦਾ ਸ਼ਰੀਰ ਰੱਖ ਕੇ ਇਸ ਮਹਿਲ ਦੇ ਵਿੱਚ ਤੀਲੀ ਪਾ ਕੇ ਸਦਾ ਦੇ ਲਈ ਜਿੱਥੇ ਆਪਣੇ ਮਹਿਲ ਦਾ ਖੁਰਾ ਖੋਜ ਮਿਟਾ ਦਿੱਤਾ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਸਕਾਰ ਕਰ ਦਿੱਤਾ। ਔਰ ਦੀਨ ਦੁਨੀਆ ਦੇ ਮਾਲਕ ਦੀ ਗੋਦ ਦੇ ਵਿੱਚ ਰੰਚਕ ਮਾਤਰ ਜਗ੍ਹਾ ਮੱਲ ਲਈ, ਕਿਉਂਕਿ ਸ਼ਹੀਦਾਂ ਸੇਵਾਦਾਰਾਂ ਨੂੰ ਸਦਾ ਹੀ ਗੁਰੂ ਘਰ ਵਿੱਚ ਜਗ੍ਹਾ ਮਿਲਦੀ ਹੈ। ਉਸ ਮਹਾਨ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਜਿੱਥੇ ਆਪਾਂ ਇਕੱਤਰ ਹੋਏ ਹਾਂ, ਉੱਥੇ ਨਾਲ ਨਾਲ ਬਾਬਾ ਮਤੀ ਦਾਸ, ਬਾਬਾ ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਮਹਾਂਪੁਰਸ਼ਾਂ ਵੀ ਸ਼ਹਾਦਤ ਦਿੱਤੀ ਹੈ। ਸਮੂਹ ਸ਼ਹੀਦਾਂ ਸਤਪੁਰਸ਼ਾਂ ਨੂੰ ਕੋਟਾਨ ਕੋਟ ਨਮਨ ਹੈ, ਕੋਟਾਨ ਕੋਟ ਸਿਜਦੇ ਨੇ। ਔਰ ਇਹ ਵਿਲੱਖਣ ਸ਼ਹਾਦਤ
देखो असीं जमीनां बदले लड़ सकते हैं, जोरू बदले लड़ सकते हैं, तख्त बदले लड़ सकते हैं, ये कोई महानता नहीं है। इन्हां दे दरम्यान मौत हो जाए कोई वड्डी गल नहीं है, शहीद दा रुतबा नहीं मिलता। हाँ, इन्हां चों वड्डी वडियाई है अपने धर्म लई सिर वारना, वो शहीदी है। पर अज उहदे नालों भी वड्डी वडियाई ये है भी गैरां दे लई सिर वारिया गुरु तेग बहादुर साहब ने। तिलक जंजू राखा प्रभ ताका, कीनो बड्डो कलू मैं साका। इदों वड्डा साका कोई नहीं, क्योंकि गैरां दा धर्म रखिया। पर यह गुरु घर दा ऐसा बिरद सुभाव है, जो सरने आवे तिस कंठ लावे, इहो बिरद स्वामी संदा। हर एक नूं गल नाल लाउंदे ने पातशाह। अज जिन्नियां भी बीबियां दे सिरां दे सुहाग भाग कायम ने, अज जिन्ने भी घरां दे चिराग बच्चियां दे रूप विच बल रहे ने, अज जिन्ने भी बच्चे पिता दी गोद दा निग मान रहे ने, अगर कलगीधर यतीम ना हुंदे ते तुहाडा बापू कोई ना लभदा। अगर मां गुजरी विधवा ना हुंदी ते इत्थे कोई सुहागण ना लभदी। एक सीस दे के लखां घर उजड़नों बचाए ने मां गुजरी ते गुरु गोबिंद सिंह ने। सदा उन्हां दी याद विच सिजदा करदे रहिए, जुड़ के रहिए, गुरु तेग बहादुर साहब नूं ध्याउंदे रहिए। 9 निधियां 18 सिद्धियां फिर अगे पिछे रहिंदियां ने। समुचियां संगतां दा धन्नवाद। दीन दुनिया दे मालक गुरु ग्रंथ साहिब पातशाह दा कोटान कोट धन्नवाद। गुरु महाराज दे 10 पातशाहियां दे, गुरु ग्रंथ साहिब दे, शहीदां सिंघां दे, गुर इतिहास विचले सूरमियां दे जिन्ने भी महान दिहाड़े आउंदे ने। दिल्ली सिख गुरुद्वारा प्रबंधक कमेटी सरदार मनजीत सिंह जी के, सरदार मनजिंदर सिंह सरसा, सरदार परमजीत सिंह जी राणा चेयरमैन धर्म प्रचार कमेटी, आप संगतां दी प्रेरणा सदका और आशीर्वाद सदका वध चढ़ के ये दिहाड़े समागम मनाउंदे ने। गुरु महाराज ये प्रचार अते प्रसार दी मर्यादा नूं इसे तरह कायम रखण इन्हां पासों सेवा लैंदे रहण जी। समुचे चैनलों का भी धन्नवाद है। चढ़दी कला टाइम टीवी, सिख चैनल, संगत टीवी लाइव दिखा रहे ने, करोड़ों संगतां लाइव भी सुन रही ने। आओ गज वज के फतेह बुलाइए जी। वाहिगुरू जी का खालसा, वाहिगुरू जी की फतेह।